बाइबल ये साबित करता है कहता परमेश्वर हृदय को जानता। इंसान इंसान को बाहरों देखना पर परमेश्वर कितों देखना दिल देखता इंसान। जब दाऊद को मसा करना सीखा जब सिलेक्ट करना सीखा और सैमुअल बाहरों देखता रहा जस्सी दे बाकी 6-7 पुत्र कोई ना हटा करता सीखा कोई और नहीं बना सीखा कहता प्रभु आया तेरे कम्मा दे लिए चुनिया प्रभु कहते नहीं उन्हें होर ਨੂੰ ਦੇਖਿਆ ਦੂਸਰੇ ਨੂੰ ਕਹਿੰਦਾ ਪ੍ਰਭੂ ਆ ਪ੍ਰਭੂ ਕਹਿੰਦੇ ਵੀ ਨਹੀਂ ਇੱਥੇ 6-7 ਬੱਚੇ ਇੱਥੇ ਲੰਘ ਗਏ ਤੇ ਕਹਿੰਦਾ ਸਾਰੇ ਤਾਂ ਬੱਚੇ ਖਤਮ ਹੋ ਗਏ 6 ਦੇ 6 ਜਾਂ 7 ਦੇ 7 ਪ੍ਰਭੂ ਕਹਿੰਦੇ ਇੱਕ ਹੋਰ ਆ ਪੁੱਛੇ ਨੂੰ ਜੱਸੀ ਨੂੰ ਫਿਰ ਕਹਿੰਦੇ ਉਹ ਜੱਸੀ ਨੂੰ ਪੁੱਛਿਆ ਤੇ ਉਹਨੇ ਦੱਸਿਆ ਕਿ ਹਾਂ ਮੇਰਾ ਇੱਕ ਬੇਟਾ ਹੋ ਰਿਹਾ ਉਹ ਕੀ ਕਰਨ ਗਿਆ भेड़ा चारण गया और बाइबल कहता जब आया बच्चा जो सीगा टीनेजर सीगा वो कहते घर बसा है आया तेरा राजा इज़राइल का पुत्र हालेलुया क्योंकि खुदा दिल देखता है बॉडी नहीं देखता दिल देखता है और दिल रखता है इंसान फिर वो ब्लेस करता है और दाऊद के ऊपर ना तेल ना के उन्हें ब्लेस किया ना मैं ਤੁਹਾਨੂੰ ਇੱਕ ਗੱਲ ਦੱਸਦਾ ਬਚਨ ਦੇ ਵਿੱਚ ਜਾਣ ਤੋਂ ਪਹਿਲਾਂ ਕੋਈ ਸੀਕ੍ਰੇਟ ਦੱਸ ਤੇਲ ਅਗਰ ਸਾਡੀ ਜ਼ਿੰਦਗੀ ਦੇ ਉੱਪਰ ਹੈ ਨਾ ਆਪਣਾ ਸਰੋਂ ਦਾ ਤੇਲ ਜਿਹੜਾ ਮਲ ਕੇ ਆਉਂਦੇ ਆ ਤਾਂ ਕੇਸ਼ ਨਾਮ ਦੇ ਕਿਹੜੇ ਚੱਲਦੇ ਆ ਉਹ ਵਾਲੇ ਤੇਲ ਨਹੀਂ ਮੈਂ ਸਪਿਰਚੁਅਲ ਆਇਲ ਦੀ ਗੱਲ ਕਰ ਰਿਹਾ ਜਿਹੜਾ ਕਿ ਖੁਦਾ ਦੇ ਹਜ਼ੂਰੀ ਦੇ ਵਿੱਚ ਆ ਕੇ ਹਜ਼ੂਰੀ ਦੇ ਵਿੱਚ ਰਹਿ ਕੇ ਜਿਹੜਾ ਇਨਸਾਨ ਨੂੰ ਪ੍ਰਾਪਤ ਉਹ ਹਾਲੇਲੂਇਆ ਮੈਂ ਉਸ ਤੇਲ ਦੀ ਗੱਲ ਕਰਦਾ ਕਿ ਤੇਲ ਤੁਹਾਡੇ ਕੋਲ ਭਰਿਆ ਤੇ ਸ਼ੈਤਾਨ ਜਿੰਨੇ ਮਰਜ਼ੀ ਵਾਰ ਕਰ ਲੇ ਉਹ ਫਿਸਲਦੇ ਜਾਣੇ ਕਿਤੇ ਤੇਲ ਡੋਲਿਆ ਜਾਵੇ ਤਾਂ ਕੋਈ ਦੋੜ ਸਕਦਾ ਹੈ ਬੋਲੋ ਕਿ ਅਗਰ ਮਾਰਬਲ ਦੇ ਉੱਪਰ ਜਾਂ ਚਿੱਪ ਦੇ ਉੱਪਰ ਤੇਲ ਡੋਲ ਦਿੱਤਾ ਜਾਵੇ ਤਾਂ ਕਿ ਉਹਦੇ ਉੱਪਰ ਕੋਈ ਚੱਲ ਸਕਦਾ ਇਹ ਜਿਹੜਾ ਸਪਿਰਚੁਅਲ ਤੇਲ ਹੈ ਅਗਰ ਤੁਹਾਡੀ ਜ਼ਿੰਦਗੀ ਦੇ ਉੱਪਰ ਬਣਿਆ ਰਹੇਗਾ ਨਾ शैतान जिन्ने मर्जी वार करदे ਤੁਹਾਡੇ ਤੋਂ ਫਿਸਲਦੇ ਜਾਣੇ ਜਿੰਨੇ ਮਰਜ਼ੀ ਉਹ ਦੁੱਖ ਤਕਲੀਫਾਂ ਲੈ ਆਵੇ ਤੁਹਾਡੇ ਤੋਂ ਫਿਸਲਦੇ ਜਾਣੇ ਆ ਠਹਿਰਦੇ ਨਹੀਂ ਹੈ ਤੁਹਾਡੀ ਜ਼ਿੰਦਗੀ ਦੇ ਉੱਪਰ ਬਾਈਬਲ ਕਹਿੰਦਾ ਸ਼ਾਉਲ ਜਦੋਂ ਉਹਦੇ ਉੱਪਰ ਦੁਸ਼ਟ ਆਤਮਾ ਹੁੰਦਾ ਸੀਗਾ ਤੇ ਦਾਊਦ ਸਾਜ਼ ਵਜਾਉਂਦਾ ਹੁੰਦਾ ਸੀਗਾ ਦੁਸ਼ਟ ਆਤਮਾ ਜਦੋਂ ਉਹਨੂੰ ਤੰਗ ਕਰਦਾ ਹੁੰਦਾ ਸੀਗਾ ਸ਼ਾਉਲ ਔਰ ਬਾਈਬਲ ਕਹਿੰਦਾ ਉਹਨੇ ਇੱਕੋ ਵਾਰੀ ਵਾਰ ਕੀਤਾ ਔਰ ਦਾਊਦ ਕੀ ਹੋ ਗਿਆ ਘਾਇਲ ਹੋ ਗਿਆ ਕੀ ਹੋ ਗਿਆ ਬਚ ਗਿਆ ਕਿਉਂਕਿ ਉਹਦੇ ਉੱਪਰ ਤੇਲ ਸੀਗਾ ਉਹਦੇ ਉੱਪਰ ਕੀ ਸੀਗਾ ਤੇਲ ਸੀਗਾ ਔਰ ਉਹਨੇ ਦੂਸਰੀ ਵਾਰ ਵੀ ਉਹਦੇ ਉੱਪਰ ਵਾਰ ਕੀਤਾ ਜਦੋਂ ਦਾਊਦ ਉੱਪਰ ਸੀਗਾ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਫਿਰ ਵੀ ਬਚ ਗਿਆ ਕਿਉਂਕਿ ਉਹਦੇ ਉੱਪਰ ਤੇਲ ਸੀਗਾ ਜਦ ਤੱਕ ਤੇਲ ਤੁਹਾਡੇ ਉੱਪਰ ਆ ਤਦ ਤੱਕ ਸ਼ੈਤਾਨ ਦੇ ਸਾਰੇ ਵਾਰ ਜਿਹੜੇ ਆ ਉਹਦੇ ਸਾਰੇ ਇਮਰਾਨ ਜਿਹੜੇ ਆ ਤੁਹਾਡੀ ਜ਼ਿੰਦਗੀ 'ਚ ਠਹਿਰਦੇ ਨੇ चाहे उनके द्वारा भेजे हुए कष्ट हो चाहे दुख तकलीफां हो चाहे परेशानियां हो वो थोड़ा समय तक रह सकती हैं पर टिक के नहीं रह सकती हमेशा के लिए नहीं रह सकती बोलो हालेलुया 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 खुदा ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ ਦੇਵੇ मैं चाहता ਹਾਂ ਹੁਣ ਸਾਰੇ ਬੜੇ ਅਦਬ ਦੇ ਨਾਲ ਬੈਠੋ ਕਿਉਂਕਿ ਸਮਾਂ ਬੜਾ ਆਦਰੀ ਹੋ ਗਿਆ खुदा दी आवाज ਨੂੰ ਸੁਣਨਾ आइए मेरे नाल अपना अपना बाइबल ओपन करिए कहावतां दा पुस्तक दा 6 नंबर अध्याय हुण कोई हिलजुल ना करे बाइबल कहता कई लोग वचन सुनते सुनते की हो जाते यानी की हो जाते हां ऐसा चंगे हो जाते वचन सुनते सुनते लोग चंगे हो जाते अगर ध्यान दे नाल सुनते बाइबल कहते कि जमातरू लंघना बंदा सीगा जेड़ा कदी भी नहीं तुरिया बाइबल दे विच लिखिया कहते पौलुस सीगा खुदा दा बंदा ਉਹ ਇਦੇ ਪ੍ਰਚਾਰ ਕਰਦਾ ਸੀ ਜਿੱਦਾਂ ਮੈਂ ਅੱਜ ਤੁਹਾਨੂੰ ਕਰਦਾ ਕਹਿੰਦੇ ਉਹ ਸੰਗਤ ਦੇ ਵਿੱਚੋਂ ਬੈਠੇ ਬੜੇ ਗੌਰ ਦੇ ਨਾਲ ਉਹਦੀਆਂ ਗੱਲਾਂ ਸੁਣਦਾ ਸੀਗਾ ਔਰ ਪੌਲੁਸ ਦਾ ਧਿਆਨ ਉਹਦੇ ਵੱਲ ਪੈ ਗਿਆ ਕਹਿੰਦਾ ਇਸ ਬੰਦੇ ਦੇ ਅੰਦਰ ਚੰਗੇ ਹੋਣ ਦੀ ਕੀ ਆ ਨਿਸ਼ਚਾ ਹੈਗੀ ਆ ਕਹਿੰਦਾ ਉੱਠ ਖੜ ਯਿਸੂ ਮਸੀਹ ਦੇ ਨਾਮ 'ਚ ਬਾਈਬਲ ਕਹਿੰਦਾ ਉੱਠ ਖੜਾ ਹੋਇਆ ਔਰ ਦੌੜਨ ਲੱਗ ਗਿਆ ਕੁੱਦਣ ਲੱਗ ਗਿਆ ਜਿਹੜਾ ਕਦੀ ਵੀ ਨਹੀਂ ਚੱਲਿਆ ਉਹ ਵਚਨ ਸੁਣਦੇ ਪ੍ਰਵਚਨ ਸੁਣਦੇ ਚੰਗਾ ਹੋ ਗਿਆ ਹਾਲੇਲੂਇਆ ਤੁਹਾਡੇ ਨਾਲ ਵੀ ਹੋ ਸਕਦਾ ਹੈ
बेशक तुसीं लत्तां तो तुरदे हो, मैं आत्मक तौर ते गल करदा ਜਿਹੜੇ ਤੁਰ ਨਹੀਂ ਪਾਉਂਦੇ, ਜਿਹੜੇ ਖੜੇ ਨਹੀਂ ਰਹਿ ਪਾਉਂਦੇ, ਜਿਹੜੇ ਵੱਧ ਨਹੀਂ ਪਾਉਂਦੇ ਆ, ਬੜੇ ਅਦਬ ਦੇ ਨਾਲ ਖੁਦਾ ਦੀਆਂ ਗੱਲਾਂ ਨੂੰ ਸੁਣਨ। ਬਾਈਬਲ ਕਹਿੰਦਾ ਪਰਮੇਸ਼ਵਰ ਨੂੰ ਕੁਝ ਸਾਧਕ ਗੱਲਾਂ ਜਿਹੜੀਆਂ ਪਸੰਦ ਨਹੀਂ ਆ। ਕਿੰਨੀਆਂ? ਮੈਂ ਕਲੀਸਿਆ ਦੇ ਨਾਲ ਗੱਲ ਕਰਦਾ। ਕਿੰਨੀਆਂ ਗੱਲਾਂ? ਸਾਧਕ ਗੱਲਾਂ ਹੈਗੀਆਂ ਆ ਜਿਹੜੀਆਂ ਪਰਮੇਸ਼ਵਰ ਦੇ ਮਨ ਨੂੰ, ਪਰਮੇਸ਼ਵਰ ਦੇ ਦਿਲ ਨੂੰ ਘਿਨਾਉਣੀਆਂ ਲੱਗਦੀਆਂ ਹੈ ਕਿ ਉਹ ਇਨਸਾਨ ਦੀ ਜ਼ਿੰਦਗੀ 'ਚ ਅਗਰ ਹੈਗੀਆਂ। ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦੇਣਾ ਕਿ ਸਾਡੀ ਜ਼ਿੰਦਗੀ 'ਚ ਉਹ ਗੱਲ ਨਹੀਂ ਪਾਈ ਜਾਂਦੀ, ਕਿਉਂਕਿ ਪ੍ਰੋਬਲਮ ਉਹਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਜਦੋਂ ਪਰਮੇਸ਼ਵਰ ਦੀ ਰਜ਼ਾ ਤੋਂ ਬਾਹਰ ਹੁੰਦਾ ਹੈ, ਪਰਮੇਸ਼ਵਰ ਦੀ ਇੱਛਾ ਤੋਂ ਬਾਹਰ ਹੁੰਦਾ ਹੈ। ਪਰਮੇਸ਼ਵਰ ਨੇ ਇੱਕ ਦਾਇਰਾ ਸੈੱਟ ਕਰ ਦਿੱਤਾ ਇਨਸਾਨ ਦੇ ਲਈ ਕਿ ਤੂੰ ਇਸ ਦਾਇਰੇ ਦੇ ਵਿੱਚ ਹੀ ਰਹਿਣਾ ਆ। ਔਰ ਪ੍ਰੋਬਲਮ ਕਦੋਂ ਇਨਸਾਨ ਦੀ ਜ਼ਿੰਦਗੀ 'ਚ ਆਉਂਦੀ ਹੈ? ਜਦੋਂ ਦਾਇਰੇ ਤੋਂ ਬਾਹਰ ਜਾਂਦਾ ਹੈ। मैं अपनी ਤੁਹਾਨੂੰ ਟੈਸਟਮਨੀ ਦੱਸਦਾ ਆ, ਮੈਂ ਆਪਣੀ ਤੁਹਾਨੂੰ ਗਵਾਹੀ ਦੱਸਦਾ, ਆਪਣੇ ਪਰਿਵਾਰ ਦੀ ਦੱਸਦਾ ਆ। ਜਦੋਂ ਅਸੀਂ ਪਰਮੇਸ਼ਵਰ ਦੇ ਦਾਇਰੇ ਤੋਂ ਬਾਹਰ ਸੀਗੇ, ਦੁੱਖਾਂ ਨੇ ਸਾਨੂੰ ਘੇਰ ਲਿਆ, ਗਰੀਬੀ ਨੇ ਸਾਨੂੰ ਘੇਰ ਲਿਆ, ਪਰੇਸ਼ਾਨੀ ਨੇ, ਕਲੇਸ਼ ਨੇ ਸਾਨੂੰ ਘੇਰ ਲਿਆ, ਲੇਕਿਨ ਖੁਦਾਵੰਦ ਦੀ ਵੱਡੀ ਨਿਗਾਹ ਸਾਡੇ ਉੱਪਰ ਹੋਈ। ਫਿਰ ਜਦੋਂ ਅਸੀਂ ਆਪਣੇ ਆਪ ਨੂੰ ਉਸ ਦਾਇਰੇ ਦੇ ਵਿੱਚ ਲੈ ਕੇ ਆਂਦਾ ਜੋ ਦਾਇਰਾ ਖੁਦਾ ਨੇ ਸੈੱਟ ਕੀਤਾ ਇਨਸਾਨ ਦੇ ਲਈ, ਔਰ ਸਾਰੇ ਦੁੱਖ ਚਲੇ ਗਏ, सारी गरीबी चलेगी, सारे परेशानी चलेगी, कलेश खत्म हो गया, सब कुछ। और आज परमेश्वर ने ब्लेस किया है, तो हालेलुया। एक दायरा परमेश्वर ने सेट कर दिया है। अगर ਅਸੀਂ ਉਸ ਦਾਇਰੇ ਦੇ ਵਿੱਚ ਰਵਾਂਗੇ ਤਾਂ ਅਸੀਂ ਬਲੈਸ ਰਵਾਂਗੇ ਔਰ ਖੁਦਾ ਦੀ ਨਜ਼ਰ ਸਾਡੇ ਉੱਪਰ ਹੋਵੇਗੀ। ਇਹਨੇ ਸਮਝ ਪਾਈ ਮੇਰੀ ਗੱਲ? ਪ੍ਰੋਬਲਮ ਉਦੋਂ ਆਉਣੀ ਹੈ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਜਾਂ ਉਹਦੀਆਂ ਆਗਿਆਵਾਂ ਦੀ ਵਰਖ ਨਾ ਹੋਵਾਂਗੇ। खुदा कहता झूठ नहीं बोलना, जब ਅਸੀਂ ਝੂਠ ਬੋਲਾਂਗੇ ਉਦੋਂ ਪ੍ਰੋਬਲਮ ਕਰੀਏ। ਤੁਹਾਨੂੰ ਪਤਾ ਸ਼ੈਤਾਨ ਸਾਨੂੰ ਛੂ ਨਹੀਂ ਸਕਦਾ, ਈਵਲ ਸਪਿਰਿਟ ਜਿਹੜਾ ਸਾਨੂੰ ਟੱਚ ਨਹੀਂ ਕਰ ਸਕਦਾ ਆ, ਔਰ ਕਈਆਂ ਦੇ ਅੰਦਰ ਵੜ ਜਾਂਦਾ ਹੈ। ਪ੍ਰੋਬਲਮ ਪਤਾ ਕੀ ਹੈ? ਜਦੋਂ ਅਸੀਂ ਵਚਨ ਨੂੰ ਤੋੜਦੇ ਹਾਂ, ਯਾਨੀ ਕਿ ਦਾਇਰੇ ਨੂੰ ਤੋੜਦੇ ਹਾਂ, ਜਦੋਂ ਅਸੀਂ ਬਾਈਬਲ ਦੇ ਖਿਲਾਫ ਹੋ ਜਾਂਦੇ ਆ, ਉਦੋਂ ਸ਼ੈਤਾਨ ਸਾਡੀ ਜ਼ਿੰਦਗੀ 'ਚ ਹੈ, ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ, ਸਾਡੀ ਜ਼ਿੰਦਗੀ ਨੂੰ ਤਬਾਹ ਕਰਦਾ ਜਾਂ ਪਰੇਸ਼ਾਨ ਕਰਦਾ ਜਾਂ ਇਰੀਟੇਟ ਕਰਦਾ। ਜਦੋਂ ਅਸੀਂ ਵਚਨ ਦੇ ਵਿੱਚ ਰਵਾਂਗੇ, ਖੁਦਾ ਦੇ ਹੁਕਮਾਂ ਦੇ ਵਿੱਚ ਰਵਾਂਗੇ, ਸ਼ੈਤਾਨ ਸਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰ ਸਕਦਾ, ਸਾਨੂੰ ਟੱਚ ਵੀ ਨਹੀਂ ਕਰ ਸਕਦਾ। ਹਾਲੇਲੂਇਆ। ਸਪਿਰਿਚੁਅਲਿਟੀ ਦਾ ਇੱਕ ਲੈਵਲ ਵੀ ਬਣ ਜਾਂਦਾ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿ ਸ਼ੈਤਾਨ ਨੂੰ ਖੁਦਾ ਦੇ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ ਬੰਦੇ ਨੂੰ ਛੂਹਣ ਦੇ ਲਈ। ਜਿੱਦਾਂ ਕਿ ਅਯੂਬ ਸੀਗਾ, आत्मिकता के उस लेवल के ऊपर पहुंच गया सीगा कि शैतान उन्हें छू भी नहीं सकता सीगा, और उन्हें खुदा को परमिशन ली कि प्रभु आ तेरा बंदा है कि मैंने छू सकता है। प्रभु कहते हैं कि जान ना दे, बाकी तो जिन्ना नो परखना ते तू परखना। और बाइबल कहता उन्हें एक बार भी खुदा का ताना नहीं मारे जब फिटकारिया नहीं। अमीर बंदा सीगा, सारी अमीरी चलेगी, बीमारी ओदे ऊपर आ गई, परेशानी ओदे ऊपर आ गई, बच्चे मर गए, ਧੀਆਂ ਪੁੱਤਰ ਮਰ ਗਏ, ਸਭ ਕੁਝ ਖਤਮ ਹੋ ਗਿਆ ਉਹਦਾ। ਔਰ ਉਹਦੀ ਵਾਈਫ ਕਹਿੰਦੀ ਆ ਕਿ ਤੂੰ ਹੁਣ ਤਾਂ ਆਪਣੇ ਪਰਮੇਸ਼ਰ ਨੂੰ ਫਟਕਾਰ ਤੇ ਮਰ ਜਾ। ਔਰ ਉਹ ਆਪਣੀ ਵਾਈਫ ਨੂੰ ਕਹਿੰਦਾ ਜਦੋਂ ਚੱਲੀਆਂ ਜਨਾਨੀਆਂ ਗੱਲ ਕਰਦੀਆਂ, ਉਹਦਾ ਤੂੰ ਨਹੀਂ ਕਹਿੰਦਾ ਗੱਲ ਕਰਨੀ ਕਿ ਜਦੋਂ ਪਰਮੇਸ਼ਰ ਚੰਗਾ ਦਵੇ ਤਾਂ ਉਹਦਾ ਧੰਨਵਾਦ ਕਰੀਏ, ਜਦੋਂ ਮਾੜਾ ਦਵੇ ਤਾਂ ਉਦੋਂ ਹਾਲੇਲੂਇਆ। ਕਹਿੰਦਾ ਇਹ ਗੱਲਾਂ ਆਪਣੇ ਮੂੰਹੋਂ ਕੱਢ ਕੇ ਅਯੂਬ ਨੇ ਪਾਪ ਨਹੀਂ। ਹਾਲੇਲੂਇਆ। ਕਹਿੰਦਾ ਉਹਨੇ ਦਿੱਤਾ, ਉਹਨੇ ਲੈ ਲਿਆ, ਉਹਦਾ ਹੀ ਨਾਮ ਮੁਬਾਰਕ ਹੋਵੇ। ਜਦੋਂ ਇਹਨਾਂ ਦੀਆਂ ਗੱਲਾਂ ਆਪਾਂ ਕਰਦੇ ਹਾਂ ਨਾ ਖੁਦਾ ਦੇ ਨਾਲ, ਤੇ ਖੁਦਾ ਨੂੰ ਬੜੀਆਂ ਪਸੰਦ ਆਉਂਦੀਆਂ। ਪਰ ਇਹ ਆਤਮਾ 'ਚ ਜਿਹੜਾ ਮਜ਼ਬੂਤ ਹੈ ਉਹੀ ਕਰ ਸਕਦਾ, ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ। ਇਹਨੇ ਸਮਝ ਪਾ ਰਹੇ ਮੇਰੀ ਗੱਲ? ਸਮਝ ਆ ਰਹੀ ਹੈ? ਓਕੇ। मैं बचन दे विच लेके जाना चाहता हां तुहानू। खुदा नूं कुछ गल्लां पसंद नहीं है। गिनती दे विच साधक दा जिक्र होया है, मैं तुहाडे सामने रखना चाहता हां। कहावतां दा पुस्तक ओदा 6 नंबर अध्याय ओदा 16 तो 23 नंबर पंक्ति तक पढ़ना है, और तुसीं सारिआं ने सुनना बड़े ध्यान दे नाल। मैं कुछ रेफरेंस भी रखे हैं तुहाडे सामने, और सुनना बड़े ध्यान। हां जी, पढ़ दीजिए। अवस्था वाली हवा बैर रखता है,
एडी दूर नहीं माइक तरह जाना ਇੱਥੇ ਆ ਕੇ ਬੈਠਾ ਨਾਲੇ ਮੇਰੇ ਕੋਲ ਅੱਛਾ ਹਾਂ ਆਖਰੀ ਵਾਰੀ ਕਹਿ ਦਿੱਤਾ ਇਹਦਾ ਗੇਟ ਖੁੱਲਾ ਹੈ ਉੱਥੇ ਹਾਂ ਅਸੀਂ ਪੜਨ ਲੱਗੇ ਹਾਂ ਖੁਦਾ ਦੇ ਪਵਿੱਤਰ ਕਲਾਮ ਦੇ ਵਿੱਚੋਂ ਬਹੁਤਾਂ ਦਾ ਪੁਸਤਕ ਉਹਦਾ 6 ਨੰਬਰ ਅਧਿਆਇ ਔਰ ਉਹਦਾ 16 ਨੰਬਰ ਪੰਕਤੀ ਹਾਂਜੀ ਪੜ੍ਹੀਏ ਜੀ ਜੀਆਂ ਵਰਤਾਂ ਨਾਲ ਯਹੋਵਾ ਵੈਰ ਰੱਖਦਾ ਹੈ ਛੇਆਂ ਗੱਲਾਂ ਦੇ ਨਾਲ ਯਹੋਵਾ ਪਰਮੇਸ਼ਵਰ ਕਹਿੰਦੇ ਵੈਰ ਰੱਖਦੇ ਹਨ ਸਗੋਂ ਕਹਿੰਦੇ ਸੱਤ ਆ ਜਿਹੜੀਆਂ ਉਹਦੇ ਜੀਵ ਨੂੰ ਘਿਨਾਉਣੀਆਂ ਲੱਗਦੀਆਂ ਜਿਹੜੀਆਂ ਖੁਦਾ ਦੇ ਦਿਲ ਨੂੰ ਕੀ ਲੱਗਦੀਆਂ ਆ ਘਿਨਾਉਣੀਆਂ ਲੱਗਦੀਆਂ ਮਤਲਬ ਚੰਗੀਆਂ ਨਹੀਂ ਲੱਗਦੀਆਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਹੋਵੇ ਕਿੰਨੀਆਂ ਗੱਲਾਂ ਸੱਤ ਗੱਲਾਂ ਇਹ ਸੱਤ ਗੱਲਾਂ ਅਗਰ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਪਾਈਆਂ ਜਾਂਦੀਆਂ ਤੇ ਉਹ ਜ਼ਿੰਦਗੀ ਪਰੇਸ਼ਾਨੀ ਦੇ ਵਿੱਚ ਹੈ ਹਾਲੇਲੂਇਆ ਅਗਰ ਤੁਸੀਂ ਜਦੋਂ ਸੁਣਨੀ ਆਇਆ ਅਗਰ ਤੁਹਾਨੂੰ ਲੱਗਦਾ ਕਿ ਕੋਈ ਵੀ ਗੱਲ ਜਾਂ ਕੋਈ ਵੀ ਆਦਤ ਸਾਡੀ ਜ਼ਿੰਦਗੀ ਵਿੱਚ ਤੇ ਦੂਰ ਕਰ ਲੈਣੀ ਤਾਂ ਜੋ ਤੁਹਾਡੀ ਜ਼ਿੰਦਗੀ ਪਰਮੇਸ਼ਵਰ ਦੇ ਦਿਲ ਨੂੰ ਚੰਗੀ ਲੱਗੇ ਹਾਲੇਲੂਇਆ ਹਾਂਜੀ ਪੜ੍ਹੀਏ ਜੀ ਕਹਿੰਦਾ 6 ਗੱਲਾਂ ਦੇ ਨਾਲ ਖੁਦਾ ਵੈਰ ਕਰਦਾ ਆ ਸਗੋਂ ਸੱਤ ਹਨ ਜਿਹੜੀਆਂ ਖੁਦਾ ਦੇ ਦਿਲ ਨੂੰ ਘਿਨਾਉਣੀਆਂ ਲੱਗਦੀਆਂ ਹਨ ਹਾਂਜੀ ਜਿਹੜੀਆਂ ਹਨ ਉੱਚੀਆਂ ਅੱਖਾਂ ਯਾਨੀ ਕਿ ਘਮੰਡੀ ਘਮੰਡ ਦੇ ਨਾਲ ਜਿਹੜਾ ਭਰਿਆ ਹੋਇਆ ਇਨਸਾਨ ਆ ਉਹਦੇ ਬਾਰੇ ਜ਼ਿਕਰ ਹੁੰਦਾ ਆ ਜਿਹੜਾ ਘਮੰਡ ਕਰਦਾ ਉਹ ਖੁਦਾ ਦਾ ਸਾਹਮਣਾ ਕਰਦਾ ਆ ਬਾਈਬਲ ਇਹਦਾ ਕਹਿੰਦਾ ਘਮੰਡੀ ਬੰਦੇ ਦਾ ਖੁਦਾ ਕੀ ਕਰਦਾ ਸਾਹਮਣਾ ਕਰਦਾ ਆ ਤੇ ਨਾ ਤਾਂ ਸਾਨੂੰ ਆਪਣੇ ਸਰੀਰ ਦਾ ਘਮੰਡ ਹੋਣਾ ਚਾਹੀਦਾ ਤੇ ਨਾ ਸਾਨੂੰ ਆਪਣੇ ਪੈਸੇ ਦਾ ਘਮੰਡ ਹੋਣਾ ਚਾਹੀਦਾ ਤੇ ਨਾ ਸਾਨੂੰ ਆਪਣੇ ਬੱਚਿਆਂ ਦਾ ਤੇ ਨਾ ਹੀ ਕਿਸੇ ਹੋਰ ਵਸਤੂ ਦਾ ਘਮੰਡ ਹੋਣਾ ਚਾਹੀਦਾ ਹਾਲੇਲੂਇਆ ਤੇ ਨਾ ਸਾਨੂੰ ਸਾਡੀ ਦੁਆ ਕਰਨ ਦਾ ਘਮੰਡ ਹੋਣਾ ਚਾਹੀਦਾ ਤੇ ਨਾ ਸਾਨੂੰ ਸਾਡੀ ਪ੍ਰਾਰਥਨਾ ਕਰਨ ਦਾ ਜਾਂ ਬਾਈਬਲ ਪੜ੍ਹਨ ਦਾ ਜਾਂ ਸਪਿਰਚੁਅਲਿਟੀ ਦੇ ਵਿੱਚ ਤੁਸੀਂ ਜਿਸ ਵੀ ਲੈਵਲ ਦੇ ਉੱਪਰ ਆਏ ਆ ਤੁਹਾਨੂੰ ਘਮੰਡ ਨਹੀਂ ਹੋਣਾ ਚਾਹੀਦਾ ਅਗਰ ਹੈ ਤੇ ਅੱਜ ਇਹਨੂੰ ਦੂਰ ਕਰ ਦਿੱਤੀ ਤੁਸੀਂ ਬਹੁਤ ਅੱਛਾ ਬੋਲ ਲੈਂਦੇ ਆ ਤੁਹਾਡੇ ਵਰਗਾ ਕੋਈ ਬੋਲ ਨਹੀਂ ਸਕਦਾ ਇਸ ਤਰ੍ਹਾਂ ਦੇ ਘਮੰਡ ਤੋਂ ਬਚਣਾ ਹੈ ਤੁਸੀਂ ਬਹੁਤ ਪਵਿੱਤਰ ਆ ਹੋਰ ਕੋਈ ਤੁਹਾਡੇ ਵਰਗਾ ਪਵਿੱਤਰ ਬਣ ਨਹੀਂ ਸਕਦਾ ਇਸ ਤਰ੍ਹਾਂ ਦੇ ਘਮੰਡ ਤੋਂ ਅਸੀਂ ਬਚਣਾ ਹੈ ਹਾਲੇਲੂਇਆ ਕਿੰਨੇ ਸਮਝ ਪਾ ਰਹੇ ਓਵਰ ਸਪਿਰਚੁਅਲ ਜਿਹੜਾ ਪਰਸਨ ਆ ਓਵਰ ਲਿਮਿਟ ਤੋਂ ਜ਼ਿਆਦਾ ਜਿਹੜਾ ਓਵਰ ਸਪਿਰਚੁਅਲ ਪਰਸਨ ਆ ਉਹਦੇ ਅੰਦਰ ਇਸ ਤਰ੍ਹਾਂ ਦਾ ਘਮੰਡ ਪਾਇਆ ਜਾ ਸਕਦਾ ਹੈ ਧਿਆਨ ਦੇਣਾ कि मेरे जिन्ने प्रार्थना नहीं कोई कर सकता मेरे जिन्ने फास्ट नहीं कोई रख सकता मेरे जिन्ना खुदा दे विच कोई पवित्र नहीं रह सकता ये ओवर स्पिरिचुअल पर्सन दियां गल्लां हैं हालेलुया 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 कितने समझ पा रहे समझ आ रही हैं गल्लां ਉੱਚੀਆਂ ਅੱਖਾਂ ਜੜੀਆਂ ਖੁਦਾ ਨੂੰ ਪਸੰਦ ਨਹੀਂ ਹੈ ਜਿਸ ਦਿਨ ਹੰਕਾਰ ਜਾਂ ਜਿਸ ਦਿਨ ਘਮੰਡ ਇਨਸਾਨ ਦੀ ਜ਼ਿੰਦਗੀ 'ਚ ਆ ਗਿਆ ਉਸੇ ਦਿਨ ਉਹ ਨੀਚੇ ਗਿਰਾ ਦਿੱਤਾ ਜਾਂਦਾ ਬਾਈਬਲ ਕਹਿੰਦਾ ਸ਼ੈਤਾਨ ਜਿਹੜਾ ਆ ਬਹੁਤ ਅੱਛਾ ਇੱਕ ਸਵਰਗਦੂਤ ਸੀਗਾ ਕੀ ਸੀਗਾ ਜਿਹੜਾ ਅੱਜ ਲੋਕਾਂ ਨੂੰ ਪਰੇਸ਼ਾਨ ਕਰਦਾ ਤੁਹਾਨੂੰ ਵੀ ਪਰੇਸ਼ਾਨ ਕਰਦਾ ਤੁਹਾਡੀ ਪਵਿੱਤਰਤਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਕਹਿੰਦੇ ਇੱਕ ਵਾਰ ਇਹ ਸਵਰਗਦੂਤ ਸੀਗਾ ਕਿਸੇ ਟਾਈਮ ਪਰਮੇਸ਼ਵਰ ਦੇ ਲਈ ਗਾਉਂਦਾ ਦੇ ਵਜਾਉਂਦਾ ਹੁੰਦਾ ਸੀਗਾ ਪਰਮੇਸ਼ਵਰ ਨੂੰ ਰਿਝਾਉਣ ਦੇ ਲਈ ਜਾਂ ਆਨੰਦਿਤ ਕਰਨ ਦੇ ਲਈ ਔਰ ਕਹਿੰਦੇ ਘਮੰਡ ਆ ਗਿਆ ਇਹਦੇ ਦਿਲ ਵਿੱਚ ਸਿਰਫ ਮਨ ਦੇ ਵਿੱਚ ਇਹੀ ਵਿਚਾਰ ਲੈ ਕੇ ਆਉਂਦਾ ਕੀ ਵਿਚਾਰ ਲਿਆਂਦਾ ਜਿੱਦਾਂ ਪਰਮੇਸ਼ਵਰ ਦਾ ਸਿੰਘਾਸਨ ਨਾ ਕਹਿੰਦਾ ਏਦਾਂ ਮੇਰਾ ਵੀ ਸਿੰਘਾਸਨ ਹੋਵੇ ਇਹ ਜਿੰਨੇ ਦੂਤ ਆ ਕਹਿੰਦਾ ਸਾਰੇ ਮੇਰੀ ਅਧੀਨਗੀ ਦੇ ਵਿੱਚ ਆ ਮੈਂ ਪਰਮੇਸ਼ਵਰ ਵਰਗਾ ਆਪਣੇ ਆਪ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂ ਇਹ ਹੰਕਾਰ ਉਹਦੀ ਜ਼ਿੰਦਗੀ ਸਾਰੇ ਦੂਤ ਕਹਿੰਦਾ ਮੇਰੀ ਅਧੀਨਗੀ 'ਚ ਆ ਮੈਂ ਜਿੱਦਾਂ ਕਹਿੰਦਾ ਉਦਾਂ ਕਰਦੇ ਆ ਇਹੀ ਘਮੰਡ ਕਹਿੰਦੇ ਉਹਨੂੰ ਆਕਾਸ਼ ਤੋਂ ਭੇਟਾ ਸੁੱਟਦਾ ਹਾਲੇਲੂਇਆ ਘਮੰਡ ਪਰਮੇਸ਼ਵਰ ਨੂੰ ਪਸੰਦ ਅਗਰ ਅੱਜ ਅਸੀਂ ਕਿਸੇ ਪਰੇਸ਼ਾਨੀ ਦੇ ਵਿੱਚ ਆ ਕਿਤੇ ਘਮੰਡ ਦੇ ਕਾਰਨ ਨਾ ਹੋਈਏ ਕਿਉਂਕਿ ਜਿਸ ਦਿਨ ਘਮੰਡ ਨਹੀਂ ਹੈ ਖੁਦਾ ਤੁਹਾਨੂੰ ਉੱਚਾ ਕਰ ਸਕਦਾ ਔਰ ਕਿਸੇ ਵੀ ਗੱਲ ਦਾ ਘਮੰਡ ਤੁਹਾਡੇ ਅੰਦਰ ਆ ਗਿਆ ਤੇ ਉਹ ਨੀਚੇ ਵੀ ਕਰ ਸਕਦਾ ਹਾਲੇਲੂਇਆ ਬਾਈਬਲ ਇੱਕ ਥਾਂ ਤੇ ਜ਼ਿਕਰ ਕਰਦਾ ਹੈ
ਕਹਿੰਦਾ ਉਹ ਰੂੜੀ ਤੋਂ ਚੁੱਕਣ ਵਾਲਾ ਪਰਮੇਸ਼ਵਰ ਆ ਤੇ ਪਤਵੰਤਿਆਂ ਦੇ ਵਿੱਚ ਕਢਾਉਣ ਵਾਲਾ ਖੁਦਾ ਹੈ। ਹਾਲੇਲੂਇਆ ਹਾਲੇਲੂਇਆ। ਜੋ ਨੀਵੇਂ ਨੂੰ ਉੱਚਾ ਕਰ ਸਕਦਾ, ਬਾਈਬਲ ਕਹਿੰਦਾ ਤੂੰ ਆਪਣੇ ਆਪ ਨੂੰ ਮੇਰੇ ਬਲਵੰਤ ਹੱਥਾਂ ਦੇ ਅਧੀਨ ਕਰ ਦੇ, ਵੇਲੇ ਸਿਰ ਮੈਂ ਤੈਨੂੰ ਕੀ ਕਰਾਂਗਾ, ਉੱਚਾ ਕਰਾਂਗਾ। ਚਾਹੇ ਉਹ ਗਰੀਬੀ ਦਾ ਲੈਵਲ ਹੋਵੇ, ਚਾਹੇ ਉਹ ਬਿਮਾਰੀ ਦਾ ਲੈਵਲ ਹੋਵੇ, ਚਾਹੇ ਉਹ ਪਰੇਸ਼ਾਨੀ ਦਾ ਲੈਵਲ ਹੋਵੇ, ਕਹਿੰਦਾ ਤੂੰ ਆਪਣੇ ਆਪ ਨੂੰ ਮੇਰੇ ਹੱਥਾਂ 'ਚ ਦੇ ਦੇ ਬਸ। ਕਹਿੰਦਾ ਵੇਲਾ ਆਏਗਾ ਮੈਂ ਤੈਨੂੰ ਕਹਿੰਦੇ ਉੱਚਾ ਕਰਾਂਗਾ, ਤੇ ਜਦੋਂ ਖੁਦਾ ਉੱਚਾ ਕਰਦਾ ਤੇ ਕੋਈ ਨੀਵਾਂ ਕਰ ਲੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉੱਚੀਆਂ ਅੱਖਾਂ ਤੋਂ ਤੁਸੀਂ ਜਰਾ ਆਪਣਾ ਬਚਾਅ ਕਰਕੇ ਰੱਖਣਾ, ਇਹਨੇ ਸਮਝ ਪਾ ਇੱਥੇ ਹੱਥ ਰੱਖਣਾ ਹੈ, ਠੀਕ ਹੈ। ਔਰ ਮੈਂ ਇਹਦੇ ਨਾਲ ਰੈਫਰੈਂਸ ਤੁਹਾਨੂੰ ਬਣਾਉਣੀ, ਫਿਰ ਆਪਾਂ ਇੱਥੇ ਆਉਣਾ। ਉੱਚੀਆਂ ਅੱਖਾਂ ਦੇ ਬਾਰੇ ਮੈਂ ਗੱਲ ਕਰਦਾ। ਦੂਸਰਾ ਕੁਰਿੰਥੀਆਂ ਉਹਦਾ 10 ਨੰਬਰ ਅਧਿਆਇ ਉਹਦਾ 5 ਨੰਬਰ ਪੰਕਤੀ ਨੂੰ ਪੜ੍ਹੋ। दूसरा कुरिन्थियों का पुस्तक ਉਹਦਾ 10 ਨੰਬਰ ਅਧਿਆਇ ਉਹਦਾ 5 ਨੰਬਰ ਪੰਕਤੀ। ਹਾਂਜੀ, ਸੰਤ ਪੌਲ ਕੀ ਕਹਿੰਦੇ ਕਮੰਡ ਦੇ ਬਾਰੇ? ਅਗਰ ਤੁਸੀਂ ਆਤਮਾ ਕਿਹਾ ਤਾਂ ਤੁਸੀਂ ਵੀ ਇਦਾਂ ਕਰ ਸਕਦੇ ਆ ਜਿੱਦਾਂ ਸੰਤ ਪੌਲ ਨੇ ਕੀਤਾ। ਹਾਂਜੀ ਪੜ੍ਹੀਏ ਜਰਾ। ਸੋ ਅਸੀਂ ਵਹਿਮਾਂ ਨੂੰ, ਹਾਂਜੀ, ਅਤੇ ਹਰ ਇੱਕ ਉੱਚੀ ਗੱਲ ਨੂੰ, ਸੋ ਅਸੀਂ ਵਹਿਮਾਂ ਨੂੰ ਔਰ ਹਰ ਇੱਕ ਉੱਚੀ ਗੱਲ ਨੂੰ, ਮਤਲਬ ਕਮੰਡੀ ਗੱਲ ਜਿਹੜੇ ਕਮਾਂਡ ਉਤਪਨ ਕਰੇ, ਹਾਂਜੀ, ਹਰ ਇੱਕ ਵਹਿਮਾਂ ਨੂੰ ਔਰ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਝੁਕਦੀ ਆ, ਢਾ ਦਿੰਦੇ ਆ, ਅਤੇ ਹਰ ਇੱਕ ਖਿਆਲ ਨੂੰ ਬੰਧਨ ਵਿੱਚ ਲਿਆਉਂਦੇ ਆ, ਹਰ ਇੱਕ ਖਿਆਲ ਨੂੰ ਬੰਧਨ ਦੇ ਵਿੱਚ ਲਿਆਉਂਦੇ ਆ, ਭਈ ਉਹ ਮਸੀਹ ਦਾ ਆਗਿਆਕਾਰ ਹੋਵੇ। ਸਾਰੀ ਕਲੀਸਿਆ ਬੋਲੇ ਹਾਲੇਲੂਇਆ। ਕਹਿੰਦਾ ਅਸੀਂ ਉਹਨੂੰ ਬੰਧਨ ਦੇ ਵਿੱਚ ਲੈ ਕੇ ਆਉਂਦੇ ਆ ਜਿਹੜੀਆਂ ਉੱਚੀਆਂ ਗੱਲਾਂ ਹੈ, ਜਿਹੜੀਆਂ ਖੁਦਾ ਦੇ ਗਿਆਨ ਦੇ ਵਿਰੋਧ ਦੇ ਵਿੱਚ ਸ਼ੈਤਾਨ ਅਗਰ ਸਾਡੇ ਮਨ ਦੇ ਵਿੱਚ ਪਾਉਂਦਾ ਆ, ਸਾਨੂੰ ਪਰਮੇਸ਼ਵਰ ਦੀ ਵਿਰੋਧਤਾ ਦੇ ਵਿੱਚ ਖੜਾ ਕਰਦਾ ਆ, ਪੌਲ ਕਹਿੰਦਾ ਅਸੀਂ ਉਹਨੂੰ ਬੰਧਨ ਦੇ ਵਿੱਚ ਲੈ ਕੇ ਆਉਂਦੇ ਆ। ਹਾਲੇਲੂਇਆ। ਸਭ ਤੋਂ ਪਹਿਲਾਂ ਜ਼ਰੂਰਤ ਇਹ ਹੁੰਦੀ ਆ ਕ੍ਰਿਸਚੀਅਨਿਟੀ ਦੇ ਵਿੱਚ ਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਸਮਝੋ, ਕਿਉਂਕਿ ਜਿਹੜਾ ਪ੍ਰਾਣੀ ਸ਼ੈਤਾਨ ਦੀਆਂ ਚਾਲਾਂ ਨੂੰ ਸਮਝ ਜਾਂਦਾ ਉਹ ਕਦੀ ਵੀ ਗਿਰਦਾ ਨਹੀਂ, ਕਦੀ ਵੀ ਕਮਜ਼ੋਰ ਨਹੀਂ ਪੈਂਦਾ। ਉਹ ਲੜੂਗਾ ਵੀ ਸ਼ੈਤਾਨ ਦੇ ਨਾਲ ਤੇ ਜਿੱਤ ਵੀ ਪ੍ਰਾਪਤ ਕਰੂਗਾ। ਬੋਲੋ ਹਾਲੇਲੂਇਆ। ਪਰ ਕਈ ਲੋਕ ਕੀ ਕਰਦੇ, ਉਹਨਾਂ ਨੂੰ ਫਟਾਫਟ ਮਸਾ ਚਾਹੀਦਾ ਹੁੰਦਾ, ਫਟਾਫਟ ਉਹਨਾਂ ਨੂੰ ਪਵਿੱਤਰ ਆਤਮਾ ਚਾਹੀਦਾ ਹੁੰਦਾ, ਫਟਾਫਟ ਉਹਨਾਂ ਨੂੰ ਪਵਿੱਤਰ ਆਤਮਾ ਦੇ ਵਰਦਾਨ ਚਾਹੀਦੇ ਹੁੰਦੇ ਆ ਕਿ ਅਸੀਂ ਫਟਾਫਟ ਬਸ ਬਹੁਤ ਜਲਦੀ ਫੇਮਸ ਹੋ ਜਾਈਏ। ਪਰ ਅਗਰ ਤੁਸੀਂ ਖੜੇ ਰਹਿਣਾ ਚਾਹੁੰਦੇ ਆ, ਅਗਰ ਤੁਸੀਂ ਆਪਣੇ ਸਿਰਜਣਹਾਰ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੁੰਦੇ ਆ, ਤੇ ਸਭ ਤੋਂ ਪਹਿਲਾ ਪੁਆਇੰਟ ਜਿਹੜਾ ਕ੍ਰਿਸਚੀਅਨਿਟੀ ਦੇ ਵਿੱਚ ਇਹੋ ਹੀ ਆ, ਆਤਮਕਤਾ ਦੀ ਗੱਲ ਕਰਦਾ ਮੈਂ, ਸ਼ੈਤਾਨ ਦੀਆਂ ਚਾਲਾਂ ਨੂੰ ਸਮਝਣਾ ਕਿ ਉਹ ਕਿੱਦਾਂ ਚਾਲ ਚੱਲਦਾ, ਉਹ ਕਿੱਦਾਂ ਗਿਰਾਉਣ ਦੀ ਕੋਸ਼ਿਸ਼ ਕਰਦਾ, ਉਹ ਕਿੱਦਾਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ, ਉਹਦੀਆਂ ਚਾਲਾਂ ਨੂੰ ਸਮਝ ਕੇ ਉਹਨੂੰ ਰੱਦ ਕਰਨਾ। ਹਾਲੇਲੂਇਆ। ਕਹਿੰਦਾ ਉਹ ਗੱਲਾਂ ਜਿਹੜੀਆਂ ਪਰਮੇਸ਼ਵਰ ਦੇ ਗਿਆਨ ਦੇ ਵਿਰੋਧ ਦੇ ਵਿੱਚ ਸਿਰ ਝੁਕਦੀਆਂ ਆ, ਕਹਿੰਦਾ ਅਸੀਂ ਢਾ ਦਿੰਦੇ ਆ, ਔਰ ਹਰ ਇੱਕ ਖਿਆਲ ਨੂੰ ਕਹਿੰਦਾ ਬੰਧਨ 'ਚ ਲੈ ਕੇ ਆਉਂਦੇ ਆ, ਜਿਹੜੇ ਖਿਆਲਾਂ ਦੇ ਨਾਲ ਸ਼ੈਤਾਨ ਨੇ ਕੀਤਾ ਥੋੜੀ ਸੀਗਾ, ਉਹਨੇ ਸਿਰਫ ਸੋਚਿਆ ਸੀ ਕਿ ਮੈਂ ਸੱਚ ਬੋਲਦਾ, ਉਹਨੇ ਸਿਰਫ ਖਿਆਲ ਕੀਤਾ ਸੀਗਾ ਕਿ ਮੇਰਾ ਸਿੰਘਾਸਨ ਪਰਮੇਸ਼ਵਰ ਦੇ ਸਿੰਘਾਸਨ ਤੋਂ ਉੱਚਾ ਹੋਵੇ, ਸਿਰਫ ਸੋਚਿਆ ਸੀਗਾ ਉਹਨੇ। ਉਹ ਬਾਈਬਲ ਕਹਿੰਦਾ ਸਵਰਗ ਤੋਂ ਹੇਠਾਂ ਪਿਛਲੀ ਦੀ ਨਿਆਈ ਕਹਿੰਦਾ ਸੁਣਿਆ। ਔਰ ਪੌਲ ਕਹਿੰਦਾ ਹਰ ਇੱਕ ਉਸ ਖਿਆਲ ਨੂੰ ਅਸੀਂ ਬੰਧਨ ਦੇ ਵਿੱਚ ਲਿਆਉਂਦੇ ਆ ਕਿ ਮਸੀਹ ਦਾ ਆਗਿਆਕਾਰ ਹੋ ਜਾਵੇ। ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਕਿੱਦਾਂ ਅਸੀਂ ਉੱਚੀਆਂ ਗੱਲਾਂ ਨੂੰ ਕਿੰਨੀਆਂ ਗੱਲਾਂ ਦੇ ਵਿੱਚ ਕਨਵਰਟ ਕਰਨਾ ਹੈ, ਕਿੱਦਾਂ ਅਸੀਂ ਉੱਚੀਆਂ ਗੱਲਾਂ ਨੂੰ ਬੰਧਨ ਦੇ ਵਿੱਚ ਲਿਆਉਣਾ ਔਰ ਆਪਣੀ ਰੱਖਿਆ ਕਰਨੀ ਹੈ, ਆਪਣੀ ਕੇਅਰ ਕਰਨੀ ਹੈ। ਜਿੱਦਾਂ ਅਸੀਂ ਆਪਣੇ ਸੋਨੇ ਚਾਂਦੀ ਦੀ ਕੇਅਰ ਕਰਦੇ, ਮੋਬਾਈਲ ਦੀ ਕੇਅਰ ਕਰਦੇ ਆ, ਆਪਣੀ ਕੀਮਤੀ ਚੀਜ਼ਾਂ ਦੀ ਕੇਅਰ ਕਰਦੇ ਆ, ਉਦਾਂ ਅਸੀਂ ਆਪਣੇ ਆਤਮਿਕ ਜ਼ਿੰਦਗੀ ਦੀ ਵੀ ਕੇਅਰ ਕਰਨੀ ਹੈ। ਕਿਤੇ ਬੁਰਾ ਦੇਖ ਨਾ ਹੋ ਜਾਵੇ, ਕਿਤੇ ਬੁਰਾ ਸੁਣ ਨਾ ਹੋ ਜਾਵੇ, ਕਿਤੇ ਕਿਸੇ ਦੀ ਬੁਰਾਈ ਸਾਡੇ ਕੋਲੋਂ ਹੋ ਨਾ ਜਾਵੇ, ਕਿਸੇ ਦੇ ਬਾਰੇ ਮੰਦਾ ਬਾਗਾ ਨਾ ਬੋਲ ਹੋ ਜਾਵੇ। ਹਾਲੇਲੂਇਆ। ਅਸੀਂ ਕੇਅਰ ਕਰਨੀ ਆ, ਫਿਰ ਤੁਸੀਂ ਆਪਣੇ ਸਪਿਰਚੁਅਲ ਲੈਵਲ ਦੇ ਵਿੱਚ ਸਟਰੋਂਗ ਹੋ ਸਕਦੇ ਆ, ਕਿਉਂਕਿ ਜਿਹੜਾ ਸਟਰੋਂਗ ਆ ਔਰ ਕਮਜ਼ੋਰ ਬੰਦਾ ਉਹਦੇ ਨਾਲ ਲੜ ਸਕਦਾ नहीं है। अगर लड़ेगा भी तो जिद नहीं प्राप्त कर सकता। बाइबल कहता है शैतान शक्तिमान है ਜਿਹੜਾ ਸਾਡੇ ਨਾਲ ਪੰਗੇ ਲੈਂਦਾ, ਤੇ ਬਾਈਬਲ ਕਹਿੰਦਾ ਪਰਮੇਸ਼ਵਰ ਸਰਵ ਸ਼ਕਤੀਮਾਨ ਹੈ। ਬੋਲੋ ਹਾਲੇਲੂਇਆ।
ਤੇ ਸਰਵ ਸ਼ਕਤੀਮਾਨ ਦਾ ਆਤਮਾ ਜਦੋਂ ਸਾਡੇ ਅੰਦਰ ਆ ਤੇ ਅਸੀਂ ਵੀ ਫਿਰ ਸ਼ੈਤਾਨ ਦੇ ਸਾਹਮਣੇ ਕੀ ਆ? ਸਰਵ ਸ਼ਕਤੀਮਾਨ ਆ। और शैतान साडे तो फिर जित नहीं सकता। बोलो हालेलुया। पर जे ਅਸੀਂ ਅੱਜ ਵੀ ਡਿੱਗਦੇ ਆ, ਕੱਲ ਵੀ ਡਿੱਗਦੇ ਆ ਵਿਨਾਸ਼ਾਵਾਂ ਦੇ ਵਿੱਚ, ਸਰੀਰਕ ਅਭਿਲਾਸ਼ਾਵਾਂ ਦੇ ਵਿੱਚ, ਤੇ ਕਾਰਨ ਇਹ ਹੈ ਕਿ ਸਾਡੇ ਅੰਦਰ ਸਰਵ ਸ਼ਕਤੀਮਾਨ ਦਾ ਆਤਮਾ ਨਹੀਂ ਹੈ, ਸਰਵ ਸ਼ਕਤੀਮਾਨ ਦੀਆਂ ਗੱਲਾਂ ਨਹੀਂ ਆ, ਉਹਦਾ ਗਿਆਨ ਸਾਡੇ ਅੰਦਰ ਨਹੀਂ ਆ। ਇਸ ਲਈ ਅਸੀਂ ਡਿੱਗਦੇ ਆ, ਇਸ ਲਈ ਅਸੀਂ ਕਮਜ਼ੋਰ ਆ, ਇਸ ਲਈ ਅਸੀਂ ਬਿਮਾਰ ਹਾਂ। ਹਾਲੇਲੂਇਆ। ਕਿਤੇ ਸਮਝ ਪਾ ਰਹੇ? ਮੈਂ ਦੇਖਣਾ ਚਾਹੁੰਦਾ ਜਿਨ੍ਹਾਂ ਨੂੰ ਸਮਝ ਆ ਰਹੀ ਹੈ, समझ आ रही है, क्योंकि बिना समझ तो इन्हों फायदा नहीं है कुछ। और मैं विश्वास करता कि तुम टाइम पास करने के लिए नहीं आए, बरकत लेने के लिए आए, अपने परमेश्वर को खुश करने के लिए आए। और मैं इस समय को जरा लाभवंत बनाना चाहता हूं। हालेलुया। बाइबल किसी ने कहता समय को अपने लिए लाभदायक बना, जिहड़ा समा खुदा दी हजूरी दे विच आ ਉਹਨੂੰ ਫਾਇਦੇਮੰਦ ਬਣਾ ਲਓ। ਚਾਹੇ ਉਹ ਟੈਸਟਮਨੀ ਦਾ ਸਮੇਂ ਆ, ਚਾਹੇ ਉਹ ਵਰਸ਼ਿਪ ਦਾ ਸਮੇਂ ਆ, ਚਾਹੇ ਉਹ ਥੈਂਕਸਗਿਵਿੰਗ ਦਾ ਸਮੇਂ ਆ, ਤੇ ਚਾਹੇ ਉਹ ਪ੍ਰੀਚਿੰਗ ਦਾ ਸਮੇਂ, ਉਹਨੂੰ ਲਾਭਵੰਦ ਬਣਾਓ। ਹਰ ਇੱਕ ਸੈਸ਼ਨ ਦੇ ਵਿੱਚ ਬਰਕਤ ਹਾਸਲ ਕਰੋ, ਹਰ ਇੱਕ ਸੈਸ਼ਨ 'ਚ ਖੁਦਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਬੋਲੋ ਹਾਲੇਲੂਇਆ। ਉੱਚੀਆਂ ਅੱਖਾਂ ਦੇ ਬਾਰੇ ਅਸੀਂ ਸਿੱਖ ਲਿਆ ਹੈ, ਇਹਨੂੰ ਬੰਧਨ ਦੇ ਵਿੱਚ ਲਿਆ ਸਕਦੇ। ਜੇ ਪੌਲ ਲਿਆ ਸਕਦਾ ਤੇ ਤੁਸੀਂ ਇੱਥੇ ਲਿਆ ਸਕਦੇ। ਪੌਲਸ ਵੀ ਇਨਸਾਨ ਸੀਗਾ, ਅਸੀਂ ਵੀ ਇਨਸਾਨ ਹਾਂ। ਪੌਲਸ ਦੇ ਅੰਦਰ ਵੀ ਪਵਿੱਤਰ ਆਤਮਾ ਕੰਮ ਕਰਦਾ ਸੀ, ਸਾਡੇ ਅੰਦਰ ਵੀ ਕਰਦਾ। ਤਾਂ ਜਿਉ ਉੱਚੇ ਖਿਆਲਾਂ ਨੂੰ ਬੰਧਨ 'ਚ ਲਿਆ ਸਕਦਾ ਤੇ ਅਸੀਂ ਵੀ ਲਿਆ ਸਕਦੇ ਹਾਂ। ਬੋਲੋ ਹਾਲੇਲੂਇਆ। ਹਾਲੇਲੂਇਆ। ਅੱਜ ਬੜੀ ਹੈ ਕਿ ਬਾਈਬਲ ਕੀ ਕਹਿੰਦਾ। ਦੂਸਰੀ ਗੱਲ, ਝੂਠੀ ਜੀਭ, ਯਾਨੀ ਕਿ ਝੂਠ ਬੋਲਣਾ ਆਪਣੇ ਫਾਇਦੇ ਦੇ ਲਈ। ਝੂਠ ਬੋਲ ਕੇ ਜੇਬ 'ਚ ਪੈਸਾ ਤਾਂ ਬਹੁਤ ਪੈ ਜਾਂਦਾ ਆ, ਕਿਉਂਕਿ ਮੈਨੂੰ ਪਤਾ, ਕਿਉਂਕਿ ਮੈਂ ਕਰਦਾ ਰਿਹਾ। ਜਦੋਂ ਮੈਂ ਜੌਬ ਕਰਦਾ ਸੀ ਉਦੋਂ ਇਹੋ ਹੀ ਕੰਮ ਚੱਲਦਾ ਸੀ, ਕਿਉਂਕਿ ਸੱਚ ਬੋਲ ਕੇ ਪੈਸਾ ਨਹੀਂ, ਕੋਈ ਤਨਖਾਹ ਬੈਠੀ ਜੇਬ 'ਚ, ਤੇ ਝੂਠ ਬੋਲ ਕੇ ਉੱਪਰੋਂ ਵੀ ਪੈਸਾ ਜੇਬ 'ਚ ਪੈ ਜਾਂਦਾ। ਹਾਲੇਲੂਇਆ। ਜਦੋਂ ਝੂਠ ਦਾ ਸਹਾਰਾ ਲਵਾਂਗੇ, ਯਾਨੀ ਕਿ ਸ਼ੈਤਾਨ ਦੇ ਨਾਲ ਅਸੀਂ ਸਹਿਮਤੀ ਦਰਸਾਉਂਦੇ ਆ, ਕਿਉਂਕਿ ਬਾਈਬਲ ਕਹਿੰਦਾ ਉਹ ਝੂਠ ਦਾ ਪਤੰਦਰ ਹੈ ਕਿ ਨਹੀਂ ਹੈ? ਕਹਿੰਦਾ ਮੁੱਢ ਤੋਂ ਹੀ ਮਨੁੱਖ ਘਾਤਕ ਆ, ਮਨੁੱਖ ਦਾ ਕਤਲ ਕਰਨ ਵਾਲਾ ਆ ਉਹ, ਉਹਦੇ ਅੰਦਰ ਆਪਣੇ ਅੰਗ ਫਿੱਟ ਕਰਕੇ ਝੂਠ ਬੋਲਣ ਵਾਲਾ, ਝੂਠੀ ਜੀਭ। ਪੜ੍ਹੀਏ ਜ਼ਰਾ ਰਸੂਲਾਂ ਦੇ ਕਰਤੱਵ, ਉਹਦਾ 5 ਨੰਬਰ ਅਧਿਆਇ। बड़े ध्यान दे नाल सुनना, क्योंकि मैं पूछ नहीं हां 7 ਦੀਆਂ 7 ਗੱਲਾਂ ਬਾਅਦ ਵਿੱਚ। जरा ध्यान देना वचन दे बारे। पहला ਉੱਚੀਆਂ ਗੱਲਾਂ, ਦੂਜਾ ਹੈਗਾ ਝੂਠੀ ਜੀਭ। ਅੱਜ ਪੜ੍ਹੀਏ ਜ਼ਰਾ ਰਸੂਲਾਂ ਦੇ ਕਰਤੱਵ ਦਾ 5 ਨੰਬਰ ਅਧਿਆਇ, ਉਹਦਾ 1 ਨੰਬਰ ਪੰਕਤੀ ਤੋਂ ਜ਼ਰਾ ਕੰਟੀਨਿਊ ਕਰੀਏ। 4 ਨੰਬਰ 3 ਨੰਬਰ। ਹਾਂਜੀ ਪੜ੍ਹੀਏ। ਤਾਂ ਹਨਨਿਆ ਨਾਮ ਦਾ ਇੱਕ ਮਨੁੱਖ ਸੀਗਾ। ਮਨੁੱਖ ਦਾ ਕੀ ਨਾਮ ਸੀਗਾ? ਇੱਕ ਬੰਦਾ ਸੀਗਾ ਜਿਹਦਾ ਨਾਮ ਸੀਗਾ ਹਨਨਿਆ। ਉਸ ਸਮੇਂ ਰੀਤ ਕੀ ਸੀਗੀ ਕਿ ਜਦੋਂ ਯਿਸੂ ਮਸੀਹ ਧਰਤੀ ਦੇ ਉੱਪਰ ਆਪਣਾ ਸਮੇਂ ਬਿਤਾ ਕੇ ਮੂਰਤੀਆਂ ਦੇ ਵਿੱਚੋਂ ਜੀ ਉੱਠਣ, ਤੀਸਰੇ ਦਿਨ ਜੀ ਉੱਠਣ ਤੋਂ ਬਾਅਦ 40 ਦਿਨ ਧਰਤੀ ਦੇ ਉੱਪਰ ਰਹਿਣ ਤੋਂ ਬਾਅਦ ਜਦੋਂ ਸਵਰਗ ਨੂੰ ਚਲੇ ਗਏ, ਉਹ ਚੇਲਿਆਂ ਨੂੰ ਕੰਮ ਕਹਿ ਕੇ, ਆਪਣੇ ਚੇਲਿਆਂ ਨੂੰ ਇੱਕ ਜ਼ਿੰਮੇਵਾਰੀ ਦੇ ਕੇ, ਇੱਕ ਮਿਸ਼ਨ ਦੇ ਵਿੱਚ ਕਰ ਗਏ ਕਿ ਤੁਸੀਂ ਜਗਤ ਦੇ ਵਿੱਚ ਪ੍ਰਚਾਰ ਕਰਨਾ ਹੈ। ਹਾਲੇਲੂਇਆ। ਔਰ ਖੁਦਾ ਦਾ ਕੰਮ ਕਰਨ ਦੇ ਲਈ ਪੈਸੇ ਦੀ ਵੀ ਜ਼ਰੂਰਤ ਹੁੰਦੀ ਹੈ। ਔਰ ਕੀ ਹੋਇਆ ਉਸ ਸਮੇਂ? ਇਸ ਤਰ੍ਹਾਂ ਕੀਤਾ ਜਾਂਦਾ ਸੀਗਾ ਕਿ ਕਿਸੇ ਦੇ ਕੋਲ ਅਗਰ ਜ਼ਮੀਨ ਆ ਤੇ ਉਹ ਆਪਣੀ ਜ਼ਮੀਨ ਵੇਚੇ, ਜਿੰਨੇ ਦੀ ਵਿਕਦੀ ਆ ਸਾਰਾ ਪੈਸਾ ਲਿਆ ਕੇ ਚੇਲਿਆਂ ਦੇ ਕੀ ਕਰੇ? ਕਦਮਾਂ 'ਚ ਰੱਖ ਦੇਵੇ, ਤਾਂ ਜੋ ਰੱਬ ਦਾ ਕੰਮ ਜਿਹੜਾ ਦਲੇਰੀ ਦੇ ਨਾਲ ਹੁੰਦਾ ਰਹੇ। ਹਾਲੇਲੂਇਆ। ਫਿਰ ਕੀ ਹੋਇਆ? ਇੱਕ ਬੰਦਾ ਸੀ ਜਿਹਦਾ ਨਾਮ ਕੀ ਸੀਗਾ? ਹਨਨਿਆ। ਜਾਣਦਾ ਸੀਗਾ ਖੁਦਾ ਦੇ ਹੁਕਮ ਨੂੰ ਕਿ ਅਸੀਂ ਜ਼ਮੀਨ ਵੇਚਣੀ ਹੈ ਤੇ ਸਾਰਾ ਪੈਸਾ ਲਿਆ ਕੇ ਪਤਰਸ ਦੇ ਕਦਮਾਂ 'ਚ ਰੱਖਣਾ, ਤਾਂ ਜੋ ਰੱਬ ਦੇ ਕੰਮ 'ਚ ਵਿਘਨ ਨਾ ਪਵੇ। ਹਾਂਜੀ ਪੜੋ ਜ਼ਰਾ। ਹਨਨਿਆ ਨਾਮ ਦਾ ਇੱਕ ਮਨੁੱਖ ਸੀਗਾ, ਔਰ ਉਹਨੇ ਆਪਣੀ ਵਾਈਫ ਸਫੀਰਾ ਦੇ ਨਾਲ ਮਿਲ ਕੇ ਆਪਣੀ ਮਿਲਕ ਵੇਚੀ, ਜ਼ਮੀਨ ਵੇਚੀ ਆਪਣੀ ਵਾਈਫ ਦੇ ਨਾਲ ਮਿਲ ਕੇ। ਹਾਂਜੀ। ਅਤੇ ਉਹਦੇ ਮੁੱਲ ਵਿੱਚੋਂ ਕੁਝ
ਰੱਖ ਛੱਡਿਆ ਔਰ ਉਹਨਾਂ ਪੈਸਿਆਂ ਦੇ ਵਿੱਚੋਂ ਜਿਹੜੇ ਪ੍ਰਾਪਤ ਹੋਏ ਸੀਗੇ ਉਹਨਾਂ ਦੇ ਵਿੱਚੋਂ ਕੁਝ ਲੁਕੋ ਕੇ ਰੱਖ ਲਿਆ, ਜੋ ਉਹਦੀ ਤੀਵੀਂ ਵੀ ਜਾਣਦੀ ਸੀ। ਜੋ ਉਹਦੀ ਤੀਵੀਂ ਵੀ ਜਾਣਦੀ ਸੀਗੀ, ਹਰ ਕੁਝ ਲਿਆ ਕੇ ਰਸੂਲਾਂ ਦੇ ਚਰਨਾਂ ਉੱਤੇ ਧਰਿਆ। ਔਰ ਥੋੜਾ ਲਿਆ ਕੇ ਚੇਲਿਆਂ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਤਦ ਪਤਰਸ ਨੇ ਆਖਿਆ, ਤਦ ਖੁਦਾ ਦੇ ਦਾਸ ਨੇ ਆਖਿਆ, ਪਤਰਸ ਨੇ ਆਖਿਆ, ਹਨਨਿਆ, ਹਾਂਜੀ, ਸ਼ੈਤਾਨ ਤੇਰੇ ਮਨ ਵਿੱਚ ਕਿਉਂ ਸਮਾਇਆ? ਸ਼ੈਤਾਨ ਤੇਰੇ ਦਿਲ ਦੇ ਵਿੱਚ ਕਿਉਂ ਸਮਾ ਗਿਆ ਆ? ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ, ਜੋ ਤੂੰ ਪਵਿੱਤਰ ਆਤਮਾ ਦੇ ਨਾਲ ਝੂਠ ਬੋਲੇ ਝੂਠ ਬੋਲੇ ਅਤੇ ਉਸ ਖੇਤ ਦੇ ਮੋਲੇ ਵਿੱਚੋਂ ਕੁਝ ਰੱਖ ਛੱਡੇ। ਔਰ ਉਸ ਜ਼ਮੀਨ ਦੇ ਮੁੱਲ ਦੇ ਵਿੱਚੋਂ ਕੁਝ ਲੁਕੋ ਕੇ ਰੱਖ ਛੱਡੇ। ਬੋਲੋ ਹਾਲੇਲੂਇਆ। ਹਨਨਿਆ ਨਾਮ ਦਾ ਬੰਦਾ ਸੀਗਾ, ਆਪਣੀ ਵਾਈਫ ਸਪੀਰਾ ਦੇ ਨਾਲ ਮਿਲ ਕੇ ਉਹਨੇ ਜ਼ਮੀਨ ਵੇਚੀ, अपनी वाइफ के नाल एक मन हो के जो कुछ हिस्सा लुको लिया और थोड़ा लिया के रसूलां दे कदमां च रख देता और पतरस को पवित्र आत्मा दे नाल भरपूर आत्मा दे नाल दस देती आत्मा ने खोल देता सारा कुछ। कहना शैतान तेरे दिल से कहता समा गया है दुनिया, जो तो पवित्र आत्मा दे नाल झूठ बोले। फिर की होया पता था? झूठ बोलो तो रिजल्ट की मिले? पतरस कहना की करना, जेड़े मनुख बाहर खड़े आ कहना रूम दे, इन्हां चों 4 बंदे तेनों चुक के कब्रां दे विच ले जाणगे। और बाइबल कहना उसी समय ओदे प्राण निकल गए ओदे से। हालेलुया। और उस तो बाद ओदी वाइफ आई थोड़े टाइम बाद पतरस दे कोल, मेरा पति किथे आ? ਉਹਨੇ ਜਦੋਂ ਦੱਸਿਆ ਕਹਿੰਦਾ ਜ਼ਮੀਨ ਇੰਨੇ ਦੀ ਵੇਚੀ ਸੀ, ਕਹਿੰਦੀ ਹਾਂਜੀ। ਉਹਨੇ ਵੀ ਝੂਠ ਬੋਲ ਦਿੱਤਾ ਤੇ ਕਹਿੰਦਾ ਤੇਰੇ ਘਰ ਵਾਲੇ ਨੂੰ ਦਬਣ ਵਾਲਿਆਂ ਦੇ ਪੈਰ ਦੇ ਬੂਹੇ ਦੇ ਵਿੱਚੋਂ ਤੈਨੂੰ ਵੀ ਲੈਣ ਲੱਗੇ। ਔਰ ਬਾਈਬਲ ਕਹਿੰਦਾ ਉਹਨੇ ਵੀ ਪ੍ਰਾਣ ਛੱਡ ਦਿੱਤੇ, ਉਹ ਵੀ ਮਰ ਗਈ ਔਰ ਉਹਨੂੰ ਵੀ ਦੱਬ ਦਿੱਤਾ। ਅੱਜ ਬੰਦਾ ਜਾਨੋਂ ਨਹੀਂ ਮਰਦਾ, ਪਤਾ ਤੁਹਾਨੂੰ? ਅੱਜ ਅਗਰ ਇਨਸਾਨ ਝੂਠ ਬੋਲਦਾ ਜਾਂ ਝੂਠ ਦਾ ਸਹਾਰਾ ਲੈਂਦਾ, ਉਹ ਮਰਦਾ ਨਹੀਂ ਆ, ਉਹ ਸਪਿਰਚੁਅਲ ਤੌਰ ਤੇ ਮਰਦਾ ਹੈ, वो आत्मिक तौर पे मानता है। और पता कहीं को लखा ही पे आया पर दिल में शांति नहीं। बच्चे नो कंट्रोल एक नाम सुनना है, मैं पहला दस बच्चा नो अलग अलग कर दो अगर गल्ला करते ਤੁਹਾਨੂੰ पता होना चाहिए आदर योग समय खुदा दी आवाज या सुना दी गल्ला सुनने का लायक मेरा ध्यान हट जाता है। झूठ बोलने दे नाल कुछ नहीं होता, एक स्पिरिचुअल लेवल डाउन जाता, परमेश्वर दे नाल संबंध टुटदा, परमेश्वर दे नाल जो मुलाकात होंदी है ਉਹਦੇ ਵਿੱਚ ਵਿਘਨ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਝੂਠ ਇਨਸਾਨ ਦੀ ਜ਼ਿੰਦਗੀ ਚ ਆਉਂਦਾ। ਬਾਈਬਲ ਕਹਿੰਦਾ ਹਨਨਿਆ ਸਫੀਰਾ ਨੇ ਝੂਠ ਦਾ ਸਹਾਰਾ ਲਿਆ, ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ। ਕੀ ਉਹਨਾਂ ਦਾ ਪੈਸਾ ਉਹਨਾਂ ਨੂੰ ਬਚਾ ਪਾਇਆ? ਕੀ ਉਹਨਾਂ ਦਾ ਪੈਸਾ ਬਚਾ ਪਾਇਆ ਉਹਨਾਂ ਨੂੰ? ਅੱਜ ਅਗਰ ਅਸੀਂ ਚਾਹੁੰਦੇ ਆ ਖੁਦਾ ਦੀ ਰਜ਼ਾ ਦੇ ਵਿੱਚ ਰਹਿਣਾ ਆ, ਖੁਦਾ ਦੀ ਕਿਰਪਾ ਦੇ ਹੇਠ ਰਹਿਣਾ, ਉਹਦੇ ਸੱਜੇ ਹੱਥ ਦੇ ਹੇਠ ਰਹਿਣਾ ਆ, ਤੇ ਸਾਨੂੰ ਝੂਠ ਬੋਲਣਾ ਬੰਦ ਕਰਨਾ ਪੈਣਾ, ਝੂਠ ਦਾ ਸਹਾਰਾ ਲੈਣਾ ਬੰਦ ਕਰਨਾ ਪੈਣਾ ਆ। ਬਾਈਬਲ ਕਹਿੰਦਾ ਸਵਰਗ ਦੇ ਵਿੱਚ ਕੌਣ ਚੜੂਗਾ? ਜਿਹੜਾ ਕਦੀ ਵੀ ਝੂਠੀ ਸੌਂ ਨਹੀਂ ਖਾਂਦਾ, ਚਾਹੇ ਕਿੰਨਾ ਵੀ ਉਹਦਾ ਨੁਕਸਾਨ ਕਿਉਂ ਨਾ ਹੋ ਜਾਵੇ। ਜਿਹੜਾ ਰੱਬ ਦੇ ਵਚਨ ਨੂੰ ਪੂਰਾ ਕਰਦਾ ਔਰ ਡਰਦਾ ਆ ਕਿਤੇ ਮੇਰੇ ਕੋ ਵਚਨ ਟੁੱਟ ਨਾ ਜਾਵੇ। ਹਾਲੇਲੂਇਆ। ਇਹਨੇ ਸਮਝ ਪਾਇਆ। ਤੀਸਰੀ ਗੱਲ ਹਾਂਜੀ ਪੜ੍ਹੀਏ ਜੀ। ਅਤੇ ਬੇਦੋਸ਼ੀ ਦਾ ਖੂਨ ਕਰਨ ਵਾਲੇ ਹੱਥ, ਬੇਦੋਸ਼ੀ ਦਾ ਖੂਨ ਕਰਨ ਵਾਲੇ ਹੱਥ। ਮੈਂ ਕੁਝ ਗੱਲਾਂ ਤੁਹਾਨੂੰ ਪੜ੍ਹਾ ਦੇਣਾ ਆ, ਕੁਝ ਦੀ ਉਹਦਾ ਤੁਹਾਨੂੰ ਰੈਫਰੈਂਸ ਦੱਸ ਦੇਣਾ ਕਿਉਂਕਿ ਸਮਾਂ ਨਹੀਂ ਹੈ ਕਿ ਮੈਂ ਸਾਰੇ ਤੁਹਾਨੂੰ ਪੜ੍ਹਾਵਾਂ, ਬਹੁਤ ਲੰਬਾ ਚਲੇ ਜਾਣਾ ਫਿਰ ਤੁਸੀਂ ਘੂਰੀਆਂ ਵੱਟਣੀਆਂ। ਬੇਦੋਸ਼ੀ ਦਾ ਖੂਨ ਬਹਾਉਣ ਵਾਲੇ ਹੱਥ, ਜਿੱਦਾਂ ਕਿ ਤੁਸੀਂ ਬਾਈਬਲ ਦੇ ਵਿੱਚ ਕਾਇਨ ਤੇ ਹਾਬਲ ਦੀ ਸਟੋਰੀ ਨੂੰ ਪੜ੍ਹਿਆ, ਪੜ੍ਹਿਆ ਕਿ ਨਹੀਂ ਪੜ੍ਹਿਆ? ਕਾਇਨ ਤੇ ਹਾਬਲ ਦੋ ਭਰਾ ਸੀਗੇ, ਸਕੇ ਭਰਾ, ਔਰ ਭੇਟ ਚੜਾਉਣ ਦੇ ਲਈ ਖੁਦਾ ਨੂੰ ਭੇਟ ਚੜਾਉਣ ਦੇ ਲਈ ਖੁਦਾ ਦੇ ਸਾਹਮਣੇ ਆਏ। ਇੱਕ ਇੱਜੜ ਚਾਰਦਾ ਸੀਗਾ ਤੇ ਦੂਸਰਾ ਕੀ ਕਰਦਾ ਹੈ? ਖੇਤੀ ਦਾ ਕੰਮ ਕਰਦਾ ਸੀ, ਫਸਲ ਦਾ। ਹਾਂ
ਜਿਹੜਾ ਇੱਜੜ ਝਾੜਦਾ ਸੀਗਾ ਉਹ ਬਹੁਤ ਵਧੀਆ ਲੈ ਕੇ ਆਇਆ ਖੁਦਾ ਦੇ ਹਾਂ ਵਧੀਆ ਭੇਡ ਲੈ ਕੇ ਆਇਆ, ਵਧੀਆ ਮੇਮਣਾ ਲੈ ਕੇ ਆਇਆ ਖੁਦਾ ਨੂੰ ਅਰਪਣ ਕਰਨ ਦੇ ਲਈ, ਖੁਦਾ ਨੂੰ ਭੇਡ ਬਣਾਉਣ ਦੇ ਲਈ। ਜਿਹੜਾ ਕਾਇਨ ਸੀਗਾ ਥੋੜਾ ਸ਼ਰਾਰਤੀ ਸੀ, ਸ਼ੈਤਾਨ ਉਹਦੇ ਮਨ 'ਚ ਸਮਾ ਗਿਆ। ਖੁਦਾ ਨੇ ਲਿਖਿਆ ਹਾਬਿਲ ਦੀ ਭੇਡ ਨੂੰ ਕੀ ਕੀਤਾ ਕਬੂਲ ਕੀਤਾ, ਕਿਉਂਕਿ ਉਹਨੇ ਚੰਗਾ ਦਿੱਤਾ ਖੁਦਾ, और कायन ने चंगा नहीं दिता और ਉਹਦੀ ਭੇਡ ਕਬੂਲ ਨਹੀਂ ਹੋਈ। और इसी गल्लों खिजिया हो अपने भरा दे नाल लगन लग गया, लाग शुरू हो गई होगी। और बाइबल कहता है कि दिन दोनों खेत दे विच सीगे और कायन ने अपने भरा दे सिर दे ऊपर कुछ मारिया ते उस चानू वाह ਉਹਦਾ ਕਸੂਰ ਕੀ ਸੀਗਾ? ਕੁਝ ਖੁਦਾ ਨੂੰ ਘਿਣ ਆਉਂਦੀ ਹੈ ਇਦਾਂ ਦੇ ਕੰਮ ਕਰਨ ਵਾਲੇ, ਖੁਦਾ ਨੂੰ ਅੱਛੇ ਨਹੀਂ ਲੱਗਦੇ ਇਦਾਂ ਦੇ ਕੰਮ। और बाइबल कहता जो परमेश्वर ने पूछा कायन तेरा भरा किथे आ, कहता मैनू की पता, मैं कोई ठेका लिया अपने भरा दा। प्रभु कहते जिथे ओदा लहू बहाया गया ना वो जमीन पुकारदी पई है, मेरे तक ओदी आवाज पहुंचदी पई है, तू अपने भरा दा कत्ल कर दिता है, बेदोशी दा खून बहा दिता है ते अज तो बाद कहते तू भोंदू ते भगोड़ा होगा। एक जगह नहीं टिकलवा भोंदू ते भगोड़ा होएगा कहते थे, और लोग तेनों मारन दे लिए लपट के तेनों लब के मारन। फिर उन्हें खुदा दे नाल मारा, फिर प्रभु ने कहा सी नहीं कोई गल जा चला जा, भोंदू ते भगोड़ा होया। हालेलुया, बेदोशी दा खून बहाउण वाले हन। जेदा अज ਅਸੀਂ ਕੀ ਕਰਦੇ ਆ ਜਦੋਂ ਸਾਡੀਆਂ ਗੱਲਾਂ ਕਿਸੇ ਦੀ ਜ਼ਿੰਦਗੀ ਦੇ ਬਰਖਲਾਫ ਹੁੰਦੀਆਂ, ਸਾਡੀਆਂ ਚੁਗਲੀਆਂ, ਸਾਡੀਆਂ ਇਦਾਂ ਦੀਆਂ ਗੱਲਾਂ ਜਿਹੜੀਆਂ ਕਿਸੇ ਦੀ ਜ਼ਿੰਦਗੀ ਨੂੰ ਠੋਕਰ ਖਵਾਉਣ ਦਾ ਕਾਰਨ ਬਣਦੀਆਂ ਨੇ। ਬੋਲੋ ਹਾਲੇਲੂਇਆ। ਔਰ ਉਹ ਗੱਲਾਂ ਕਿਸੇ ਨੂੰ ਜਦੋਂ ਠੋਕਰ ਲੱਗ ਗਿਆ ਤੁਹਾਡੀਆਂ ਗੱਲਾਂ ਤੋਂ, ਤੁਹਾਡੇ ਚਾਲ ਚੱਲਣ ਤੋਂ, ਤੁਹਾਡੀ ਜ਼ਿੰਦਗੀ ਤੋਂ, ਉਹ ਇੱਕ ਤਰ੍ਹਾਂ ਖੂਨ ਵਹਾਉਣ ਦੇ ਹੀ ਬਰਾਬਰ ਹੈ, ਬੇਦੋਸ਼ੇ ਦਾ ਖੂਨ ਵਹਾਉਣ ਦੇ ਹੀ ਬਰਾਬਰ ਹੈ। ਜਦੋਂ ਕੋਈ ਤੁਹਾਡੀ ਜ਼ਿੰਦਗੀ ਤੋਂ ਠੋਕਰ ਖਾਂਦਾ, ਜਦੋਂ ਕੋਈ ਤੁਹਾਡੇ ਚਾਲ ਚੱਲਣ ਤੋਂ ਠੋਕਰ ਖਾਂਦਾ, ਜਦੋਂ ਤੁਸੀਂ ਬਹੁਤ ਇੱਕ ਟਾਈਮ ਤੇ ਪ੍ਰਾਰਥਨਾ ਕਰਨ ਵਾਲੇ ਔਰ ਕਿਸੇ ਟਾਈਮ ਤੁਹਾਡੇ ਕੋਲ ਇੱਕ ਮਿੰਟ ਪ੍ਰਾਰਥਨਾ ਨਹੀਂ ਹੁੰਦੀ, ਔਰ ਫਿਰ ਤੁਸੀਂ ਪਾਪ ਕਰਨ ਵਾਲੇ ਔਰ ਦੇਖਣ ਵਾਲਾ ਬੰਦਾ ਤੁਹਾਡੇ ਉੱਚੇ ਲੈਵਲ ਨੂੰ ਵੀ ਦੇਖਦਾ ਔਰ ਤੁਹਾਡੇ ਅੱਜ ਪਾਪ ਕਰਨ ਵਾਲੇ ਲੈਵਲ ਨੂੰ ਵੀ ਦੇਖਦਾ, ਔਰ ਤੁਹਾਡੀ ਜ਼ਿੰਦਗੀ ਤੋਂ ਠੋਕਰ ਲੱਗਦਾ। ਕਿੰਨੇ ਸਮਝ ਪਾਉਂਦੇ? ਹਾਲੇਲੂਇਆ। तीसरी गल बेदोशे दा खून करने वाले हाथ। हां जी आगे बढ़िए। वो मन जेड़ा खोटियां जुगतां लाता है, वो दिल जेड़ा खोटियां जुगतां करदा है। आज साडियां सोचां किदां दी, आज साडे ख्याल किदां दे। लूका दी अंजील दा 6 नंबर अध्याय ओदा 45 नंबर पंक्ति नु पढ़िए जरा चलो। लूका दी अंजील ओदा 6 नंबर अध्याय ਉਹਦਾ 45 ਨੰਬਰ ਪਾ। ਚੰਗਾ ਆਦਮੀ ਆਪਣੀ ਮਨ ਦੇ ਚੰਗੇ ਖਿਲਾਫੇ ਵਿੱਚੋਂ, ਬਾਈਬਲ ਦੇ ਵਿੱਚ ਅਸੀਂ ਪੜ੍ਹਦੇ ਖੋਟੀਆਂ ਚੁਗਤਾਂ ਜਿਹੜੀਆਂ ਖੁਦਾ ਨੂੰ ਪਸੰਦ ਨਹੀਂ ਹੈ, ਬੁਰੀਆਂ ਸੋਚਾਂ, ਬੁਰੇ ਖਿਆਲ, ਬੁਰਾ ਇਮੇਜਿਨੇਸ਼ਨ ਖੁਦਾ ਨੂੰ ਪਸੰਦ ਨਹੀਂ ਹੈ। ਜਿਹੜਾ ਬੰਦਾ ਜਵਾਨ ਆ ਜਾਂ ਬੱਚਾ ਆ, ਚਾਹੇ ਉਹ ਬਜ਼ੁਰਗੀ ਹਾਲਤ ਦੇ ਵਿੱਚ ਆ, ਜਿਹੜੀ ਵੀ ਅਵਸਥਾ ਦੇ ਵਿੱਚ ਆ, ਲੇਕਿਨ ਉਹ ਆਪਣੇ ਬਿਸਤਰ ਤੇ ਜਾਂਦਾ ਤੇ ਬੁਰੀਆਂ ਚੁਗਤਾਂ ਸੋਚਦਾ, ਬੁਰੀ ਇਮੇਜਿਨੇਸ਼ਨ ਕਰਦਾ ਹੈ, ਬੁਰੇ ਖਿਆਲ ਜਿਹੜਾ ਰੱਖਦਾ ਹੈ। ਤੁਹਾਨੂੰ ਪਤਾ ਬੁਰੇ ਸੁਪਨੇ ਤਦ ਤੱਕ ਨਹੀਂ ਆਉਂਦੇ ਜਦ ਤੱਕ ਅਸੀਂ ਬੁਰਾ ਸੋਚਦੇ ਨਹੀਂ। ਅਗਰ ਸਾਰਾ ਦਿਨ ਤੁਸੀਂ ਇੱਕ ਹੀ ਕੰਮ 'ਚ ਰੁੱਝੇ ਰਹੋਗੇ ਤਾਂ ਉਦਾਂ ਦੇ ਸੁਪਨੇ ਆਉਣੇ ਲੱਗ ਜਾਣਗੇ। ਕੀ ਮੈਂ ਸੱਚ ਬੋਲਦਾ? ਜਿਹੜੇ ਕੰਮ ਦੇ ਵਿੱਚ ਅਸੀਂ ਰੁੱਝੇ ਰਵਾਂਗੇ ਤੁਹਾਨੂੰ ਉਸੇ ਕੰਮ ਦੇ ਸੁਪਨੇ ਆਉਣ ਲੱਗ ਜਾਣਗੇ ਕਿ ਤੁਸੀਂ ਸੁਪਨੇ 'ਚ ਵੀ ਉਹੀ ਕੰਮ ਕਰਦੇ ਹੋ। ਖੋਟੀਆਂ ਜੁਗਤਾਂ ਜਿਹੜਾ ਜੁਗਤਾ ਆ ਖੁਦਾ ਨੂੰ ਉਹ ਪਸੰਦ ਨਹੀਂ ਆ। ਲੂਕਾ 6 ਉਹਦੀ 45 ਆਇਤ ਨੂੰ ਪੜ੍ਹਦੇ ਹਾਂ ਅਸੀਂ। ਹਾਂਜੀ, ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਿਲਾਫੇ ਵਿੱਚੋਂ, ਕਹਿੰਦਾ ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਦੇ ਵਿੱਚੋਂ ਚੰਗੀ ਗੱਲ ਕਰਦਾ ਹੈ, ਚੰਗੀ ਗੱਲ ਕੱਢਦਾ ਆ, ਅਤੇ ਬੁਰਾ ਆਦਮੀ ਬੁਰੇ ਖਿਲਾਫੇ ਵਿੱਚੋਂ, ਬੁਰਾ ਆਦਮੀ ਆਪਣੇ ਬੁਰੇ ਖਜ਼ਾਨੇ ਦੇ ਵਿੱਚੋਂ ਬੁਰੀ ਗੱਲ ਕਰਦਾ ਹੈ, ਬੁਰੀ ਗੱਲ ਕੱਢਦਾ ਆ,
जो मन दे विच जो कुछ भी भरिया आ ਉਹਦੇ ਮੂੰਹ ਤੇ ਉਹ ਆਉਂਦਾ ਹੈ। ਉਹੀ ਉਹਦੀ ਜ਼ੁਬਾਨ ਦੇ ਉੱਪਰ ਆਉਂਦਾ ਆ। ਬੋਲੋ ਹਾਲੇਲੂਇਆ। अगर लालच होगा इथे ते झूठ मुंह नहीं बोलना है। अगर पाप इथे होगा ते बुरा इथे बोल होना है। जुगता इथे रोकनी है, बुरियां सोचां इथे होनी है। और जेड़ा बुरी सोच रखदा है, बुरी इमेजिनेशन रखदा है, खुदा उन्हें पसंद करदा नहीं है। बाइबल कहता मनुख जो बीजदा है एक दिन की करूंगा। मैं कलीसिया नाल गल कर मनुख जो कुछ बीजदा है एक दिन वही उन्हें वढना पैना। अगर बुरा बीजोगे तो बुरा ही वढना पैना, अगर चंगा बीजोगे तो चंगा एक दिन। बाइबल कहता पर हौसला नहीं हारता। जेड़ा हौसला नहीं हारता वो बिगले सिर चंगा बनूगा भी सारी कली से। हालेलुया। आज दा इंसान की बुरा बुरा बीजदा एक दिन बुरा वढना पैना। आज ਤੁਹਾਡੇ ਹਾਲਾਤ ਕੀ ਆ ਔਰ ਕੀ ਨਹੀਂ ਆ, ਚੰਗੇ ਆ ਚਾਹੇ ਬੁਰੇ ਆ ਮਾੜੇ ਆ, ਪਰ ਤੁਸੀਂ ਪਰਮੇਸ਼ਵਰ ਦੇ ਅੱਗੇ ਚੰਗਾ, ਪਰਮੇਸ਼ਵਰ ਦੇ ਸਾਹਮਣੇ ਚੰਗਾ ਰੱਖੋ, ਚੰਗੀ ਪ੍ਰੀਤ ਚੜਾਓ ਖੁਦਾ ਦੇ ਸਾਹਮਣੇ। ਬਾਈਬਲ ਕਹਿੰਦਾ ਟੁੱਟਾ ਹੋਇਆ ਦਿਲ ਉਹਨੂੰ ਬਹੁਤ ਅੱਛਾ ਲੱਗਦਾ ਹੈ ਜਿਹੜਾ ਟੁੱਟੇ ਹੋਏ ਦਿਲ ਦੇ ਨਾਲ ਲੱਗੇ ਬਲੀਦਾਨ ਕਰਦਾ ਜਾਂ ਪ੍ਰਾਰਥਨਾ ਕਰਦਾ। ਹਾਲੇਲੂਇਆ। और सानू जब दुख आता है कि रब नूं ताने मारने शुरू कर देंगे कि मेरे लिए अखां बंद करके रखियां रब ने, साडे पर निगाह नहीं है। साडा गवांढी इत्थे उत्थे पहुंच गया और साडे पर रब दी निगाह नहीं है। पर मैं तुहानूं दसना काम आपां उदां दे करने कि रब दी निगाह साडे ऊपर हो। साडे काम नहीं है कि रब दी निगाह साडे ऊपर होवे, क्योंकि बाइबल कहता धर्मी दी जिंदगी दे वल ओदियां अखां सदा ही लगियां रहंदियां, धर्मी जानदी। और बाइबल कहता धर्मी जानदी प्रार्थना दे वालों दे कन धर्मी बनना पैना, पाप छड्डना पैना, बुरा बोलना छड्डना पैना, बुरा करना छड्डना पैना, ओदियां अखां नीवियां करने पैणियां आ, झूठ बोलना बंद करना पैना है और अपने हत्थां नूं धोना पैना यीशु मसीह दे लहू दे नाल। और जड़ियां खोटियां चुगतां जड़ियां ए छड्डने, बुरे विचार बुरी इमेजिनेशन छड्डने पैनी है, फिर असीं ओदी नज़रां च धर्मी कहला सकदे। ते बाइबल कहंदा धर्मी दी दुहाइयां दे वालों दे कन पास्टर दी दुआ कितना सुन लेता है। कदी ध्यान रखता पास्टर दे नाल खुदा गल किदां कर लेंदा, क्योंकि मैनूं थोड़ी पता तुहाडे दिल च की है। बाइबल कहता मनुख दी आत्मा तो बिना कोई भी नहीं जान सकता कि दिल च है। मैनूं नहीं पता इस टाइम की सोचदा पिया, मैनूं नहीं पता लड़का की सोचदा पिया, मैनूं नहीं पता लड़का इस समय की सोचदा पिया, क्योंकि इन्हां दा आत्मा खुद इन्हां नूं यही जान सकदा। ते बाइबल कहता खुदा आत्मा है और ओदा आत्मा जदों साडे अंदर है तो फिर असीं जान सकते हैं कि खुदा दा प्लान की है साडी जिंदगी। बिना आत्मा पाए असीं ओदे दिल नूं समझ नहीं सकते, इन्हें समझ बारे नहीं। बाइबल कहता पवित्र बनो जिदा जिदा ਤੁਹਾਡਾ ਘੱਲਣ ਵਾਲਾ ਪवित्र है, ਤੁਹਾਡਾ परमेश्वर जिदा पवित्र है उदा तुसीं पवित्र बनो। पवित्रता ही ਤੁਹਾਡੀ थोड़ी जी भी खराब होएगी ना रब दे नाल संपर्क ही नहीं बनदा। नेटवर्क जिथे मिलदा नहीं ना मोबाइल ਨੂੰ ਉੱਥੇ ਕਾਲ ਲੱਗਦੀ ਨਹੀਂ, ਅੱਜ ਕੱਲ੍ਹ ਇੱਥੇ ਚੱਲਦਾ। नेटवर्क टुटना नहीं तो ਤੁਹਾਡੀ आवाज अगे पहुंचनी बंद हो जानी, तो अगे ਤੁਹਾਡੇ तक पहुंचनी। ते बाइबल इहदे कितना कहता ਤੁਹਾਡੇ पापा ने कहना मेरे विच निवास करेगा, ਤੁਹਾਡੇ और मेरे विच। ऐसा ਤੁਸੀਂ पुकारते ਤੁਸੀਂ ਇਹਦਾ ਕੀ समझते हैं कि मेरा हाथ छोटा है। खुदा कहते भी मेरा हाथ छोटा किसी डिगो तो मैं संभाल ना सकता। कि कहते तुसी की समझते कि परमेश्वर का कान भारी है कि तुसी पुकारो तो सुन ना सके? नहीं, परमेश्वर कहते तुम्हारे और मेरे विच एक दीवार बैठी जिहदा नाम की है? की नाम है? की नाम है? पाप। जिहड़ा इंसान करता है कहते कि पाप दी दीवार तुहाडे मेरे विच पै गई है, जिहड़ी तुहाडे पाप करन दे नाल खड़ गई है और मोटी हो गई। तुसी पुकारते मेरे तक पहुंचना ही नहीं है, मैं काहदा दोष देने खुदा।
रब नूं काहदा दोष दिंदे आ? गलती इंसान दी है। उस पाप नूं छड्डो, उस दीवार को कमजोर करो। यरीहो दी दीवार सीगी कि नहीं सीगी? कितनी मजबूत सीगी और कितनी मोटी सीगी। और बाइबल कहता लोगों ने खुदा के दास के ऊपर विश्वास किया, ओदियां गल्लां नूं मन्निया और हालेलुया दे 7 नारे लाए और दीवार ऑटोमैटिकली टिक गई। जिहड़ी की गिराउणी बहुत मुश्किल सी, बहुत मोटी सी, मतलब एक कार ਉਹਦੇ ਉੱਪਰ ਚਲਾ ਲਓ ਇੰਨੀ ਚੌੜੀ ਸੀ। और हालेलुया दे 7 नारे आले दुआले लाए उन्होंने घूम के चक्कर लगा के पास। कि ਅਸੀਂ पाप की दीवार नहीं गिरा सकते? कि ਅਸੀਂ पाप की दीवार नहीं गिरा सकते? बोलो, मैं हाथ देखने चाहता कि शैतान को शर्मिंदा नहीं कर सकते? कर सकते हैं। ਤੁਹਾਨੂੰ ਪਤਾ ਉਹ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੱਕ ਕੇ ਤੁਹਾਨੂੰ ਹੋਰ ਗਿਰਾਉਂਦਾ ਹੈ। और जो साडी जिंदगी के ऊपर दुख होता ना, मैं अपने अंदरों बहुत खुश होता है। क्यों? क्योंकि दुखों के विच बंदा रब दे बहुत नजदीक चलता है। मैं ये फील किया क्योंकि सुख होता ना फिर थोड़ा घट जाता रब दे नाल संग, और जो दुख होता ना क्योंकि साडा ओही आ करदा साडी प्रार्थना वध जाती है, रब दे नाल थोड़े गिले शिकवे शुरू हो जाते, समा वध जाता पता। मैं कहना दुख का होना बहुत जरूरी है इंसान की जिंदगी में, क्योंकि खुदा के नाल थोड़ा संपर्क बढ़िया रहता है। कितने मेरी गल को समझ पाए? समझ आ रही है? खुशी मनाने की जरूरत है। अगर दुख दे विचों तुसीं लंघ रहे हैं, बाइबल कहता क्रिश्चियनिटी दे विचों चलना चाहते हैं, खुदा दा काम करना चाहते हैं, तो याद रखना दुखों दे विचों लंघना पैना। ते बाइबल कहता स्वर्ग जाना चाहते हैं, तो याद रखना रास्ता की है? भीड़ा है। भीड़े च फिर जोर लाना पैना, धक्का लाना पैना, खिंचा तो ही होनी। तो जिहड़ा नरक नूं राह जाता वो खुला ही है। उत्थे मेहनत करने की लोड़ नहीं है, उत्थे कुछ करने की लोड़ नहीं है। जो कर रहे हैं वही करी जाओ, आराम नाल पहुंच जावांगे। मैनूं लगदा भरिया ही पिया कहंदा ते बड़ा पैना। स्वर्ग दे विच बढ़न दी मेहनत करते पैनी। और बाइबल कहता मजदूर मजदूरी दा मैं कलीसिया दे नाल करदा, मजदूर मजदूरी दा हकदार है। हकदार है। ਅਸੀਂ ਜੋ ਬੀਜਾਂਗੇ ਇੱਕ ਦਿਨ ਵੱਢਾਂਗੇ, ਚਾਹੇ ਉਹ ਬੁਰੀ ਇੱਛਾ ਬੁਰੀ ਸੋਚਿਆ ਤੇ ਚਾਹੇ ਉਹ ਚੰਗੇ ਕਦਮ ਆ, ਚਾਹੇ ਉਹ ਚੰਗੇ ਕਰਮ। ਬੋਲੋ ਹਾਲੇਲੂਇਆ ਹਾਲੇਲੂਇਆ। ਅੱਜ ਜੋ ਵੀ ਕੰਟੀਨਿਊ ਅੱਗੇ ਚਲੀਏ। ਅੱਜ ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖਜ਼ਾਨੇ ਚੋਂ ਚੰਗੀਆਂ ਗੱਲਾਂ ਚੰਗੀਆਂ ਜੁਗਤਾਂ ਕੱਢਦਾ ਹੈ, ਔਰ ਬੁਰਾ ਆਦਮੀ ਆਪਣੇ ਬੁਰੇ ਮਨ ਦੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ। और जो भी मनुख बीजदा वही एक दिन बढ़दा। बाइबल कहना मनुख जो कुछ अपने मुंह चों बोलदा है एक दिन ओनू हिसाब देना पैना। आज ਅਸੀਂ ਬੋਲਣ ਲੱਗੇ ਸੋਚਦੇ ਨਹੀਂ ਆ, ਸਿਆਣੇ ਕਹਿੰਦੇ ਬੋਲਣ ਤੋਂ ਪਹਿਲਾਂ ਬੋਲੋ ਕੀ ਬੋਲਦੇ ਪਏ ਆ। ਸਿਆਣੇ ਕਹੇ ਕਿ ਨਹੀਂ ਕਹੇ? और ਅੱਜ ਦਾ ਇਨਸਾਨ ਬੋਲਣ ਲੱਗੇ ਸੋਚਦਾ ਨਹੀਂ ਆ ਕਿ ਮੇਰੇ ਸ਼ਬਦ ਜਿਹੜੇ ਮੇਰੇ ਮੂੰਹ ਚੋਂ ਨਿਕਲਦੇ ਆ ਕਿ ਮੈਨੂੰ ਇੱਕ ਦਿਨ ਇਹਨਾਂ ਦਾ ਹਿਸਾਬ ਦੇਣਾ ਪੈਣਾ, ਚਾਹੇ ਚੰਗੇ ਆ ਤੇ ਚਾਹੇ ਮਾੜੇ ਆ। ਬਾਈਬਲ ਕਹਿੰਦਾ ਨਿਆਂ ਦੇ ਦਿਨ ਉਹਨੂੰ ਹਿਸਾਬ ਦੇਣਾ ਪੈਣਾ। ਹਾਲੇਲੂਇਆ। ਅੱਜ ਅੱਗੇ ਕੰਟੀਨਿਊ ਕਰੀਏ। ਉਹ ਪੈਰ ਜਿਹੜੀ ਬੁਰਾਈ ਕਰਨ ਨੂੰ ਕੋਤੀ ਨਾਲ ਭੱਜਦੇ ਹਨ, ਉਹ ਪੈਰ ਜਿਹੜੇ ਬੁਰਾਈ ਕਰਨ ਨੂੰ ਕੋਤੀ ਨਾਲ ਭੱਜਦੇ ਹਨ। ਦੁੱਖ ਆ ਗਿਆ ਤੇ ਚੱਲ ਠੀਕ ਹੈ, चर्च आने की बजाय कितने धोखे दे। माफ करना पर गल सच्ची है। मैं इसलिए तुहानू पहला दसदा है वो पैर खुदा नू पसंद नहीं है जिहड़े बुराई करने के लिए काली करते हैं, पाप करने के लिए काली करते हैं। पहला जुगता जुगते सलाह मशवरा करते हैं, ऐसा करिए ओदा करिए, तो फिर काली करते हैं ओदा करते। यसु मसीह ਦੇ ਕਿੰਨੇ ਚੇਲੇ ਸੀਗੇ ਜਦੋਂ ਖੁਦਾ ਨੇ ਚੁਣਿਆ ਉਹਨਾਂ ਨੂੰ? ਹਾਂ ਸਟਾਰਟਿੰਗ ਦੇ ਵਿੱਚ 12 ਉਹਦਾ 70 ਸੀਗੇ। 12 ਜਿਹੜੇ ਚੇਲੇ ਸੀਗੇ ਉਹਨਾਂ ਦੇ ਵਿੱਚੋਂ ਯਹੂਦਾ ਦੇ ਪੈਰ ਟਿਕਦੇ ਨਹੀਂ ਸੀਗੇ। ਹਾਂ ਉਹ ਪੈਰ ਜਿਹੜੇ ਕੀ ਕਰਨ, ਪਾਪ ਕਰਨ ਨੂੰ ਕਾਲੀ ਕਰਨ, ਯਹੂਦਾ ਦੇ ਪੈਰ ਟਿਕਦੇ ਨਹੀਂ ਸੀ। ਕਦੀ ਉਧਰ ਜਾ ਕੇ ਸਿਸਟਮ ਲਾਉਂਦਾ ਸੀਗਾ, ਫਿਰ ਖੁਦਾ ਦੇ ਕੋਲੋਂ ਆ ਕੇ ਚੰਗਾ ਵੀ ਬਣਦਾ ਸੀ। कलाम 12 ਦੇ 12 ਚੇਲੇ ਸੁਣਦੇ ਸੀਗੇ, ਖੁਦਾ ਦੀਆਂ ਗੱਲਾਂ ਨੂੰ ਸਾਰੇ ਸੁਣਦੇ ਸੀਗੇ ਚੇਲੇ, ਪਰ ਯਹੂਦਾ ਥੋੜਾ ਇਗਨੋਰੈਂਸ ਦੇ ਵਿੱਚ ਸੀਗਾ, ਲਾਲਚ ਜੋ ਸੀਗਾ।
जाके फरीसियां दे ग्रंथियां दे नाल सलाह मशवरा नहीं करता ਹੁੰਦਾ ਸੀ दौड़ के जा फिर दौड़ के आके खुदा दे कोल नहीं बैठ जाता सी ये मैं सच बोलदा वो पैर जेड़े बुराई करन काली करन चर्च आउण ਨੂੰ ਸਾਡੇ ਪੈਰ ਕਿੰਨੇ ਕ ਕਾਲੇ ਕਰਦੇ ਹਾਂ ਜਿਹਦਾ ਕੰਮ ਤੇ ਟਾਈਮ ਸਿਰ ਪਹੁੰਚਣ ਦੇ ਲਈ ਸਾਡੇ ਪੈਰ ਕਾਲੀ ਕਰਦੇ क्योंकि उसे तनख्वाह तो मिलनी मालक ने तनख्वाह कट लेनी दिहाड़ी कट लेनी जो लेट पहुंचे तो उसे बड़े पैर काली करते हैं उसे टाइम से पहुंचने दे दे पर चर्च ऑन पे नहीं देता कोई 12 बजे पहुंचना कौन आए तो सीढ़ी कोई 1 बजे पहुंचना काम तो इतना क्यों नहीं होता क्योंकि मालक का पैसा जो देता उन्हें पैसा कट जो लेना है ते खुदा माड़ा मोटा झटका भी ना चले हाँ बोलो कि मैं सच बोल रहा चर्च का टाइमिंग की है हाँ चर्च का टाइमिंग की है वो बंदा तगड़ा करे कलीसिया पूरे 11 बजे हाँ हाँ करो 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 बरकत दे आज मनो अब बरकत देनी है आज खड़े करो जनाब पूरे 11 बजे थे कितने कोई नहीं संगत दे विचों मैंने 7 तक हाथ खड़े दिखाते हैं खुदा तो बहुत ही बरकत देना बोलो आमीन हालेलुया सेहत तंदुरुस्ती ਤੁਹਾਨੂੰ ਮਿਲੇ ਮੇਰੀ ਦੁਆ ਤੁਹਾਡੇ ਲਈ ਤੇ ਬਾਕੀ ਲੋਕ ਕਿੱਥੇ ਸੀਗੇ ਨਾ ਤੇ ਪੈਰ ਕੀ ਕਰਦੇ ਪਏ ਸੀਗੇ ਹਾਂ समझ आ रहा है कि मैं समझाने की कोशिश कर रहा और फिर कहते हैं रब साडे तो खुश हो जावे और सानू बरकत दे बाप अगर अपने बच्चे तो खुश है ना बच्चा जो कुछ मांग लवे ना बाप कितो भी अरेंज करके उन्हें देगा मैं दुनियावी बाप की तरफ करता धरती के ऊपर वो तो फिर स्वर्गीय बाप और नहीं दूंगा कभी खुश करने की कोशिश की है ना अगर धरती के ऊपर साडे बच्चे आ ते बच्चे आज्ञाकार है ते मां-बाप को कुछ भी मांगते हैं ते मां-बाप अरेंज करके देते हैं कि बच्चा कहने खाते के जाने मंगिया में जो तो मर्जी अरेंज करके उनको दे तो फिर स्वर्गीय बाप है क्यों दोगा नहीं उन्हें खुश करने की कोशिश ना करो बाइबल कहता है मैं जेड़े पाप करन नु भजदे सी 30 सिक्कियां दे लिए भज तो बताई गई सी हैं ये होता है इसको होती है 30 सिक्कियां दे लिए भज दौड़ लाई हुई सी झूठ भी बोलदा होगा चोरी भी करदा सी बाइबल कहता है ਜਿਹੜਾ ਜੰਦੇ ਦੀ ਥੈਲੀ ਸੀਗੀ ਉਹਦੇ ਹੱਥ ਉਹਦੀ ਜ਼ਿੰਮੇਵਾਰੀ ਦੇ ਵਿੱਚ ਸੀਗੀ ਉਹਦੇ ਅੰਡਰ ਸੀਗੀ ਯਹੂਦਾ ਦੇ ਅੰਡਰ ਸੀਗੀ ਔਰ ਉਹਦੇ ਵਿੱਚੋਂ ਹੱਥ ਪਾ ਕੇ ਕੱਢ ਵੀ ਲੈਂਦਾ ਝੂਠ ਬੋਲਦਾ ਸੀਗਾ ਚੋਰੀ ਕਰਦਾ ਸੀਗਾ ਔਰ ਉਹਦੇ ਪੈਰ ਪਾਪ ਕਰਨ ਦੇ ਲਈ ਭੱਜ ਦੌੜ ਕਰਦੇ ਹੁੰਦੇ ਸੀ ਖੁਦਾ ਨੂੰ ਪਸੰਦ ਨਹੀਂ बाइबल के सब खाना लेके मरिया खुदा दा चेला फांसी लेके मरिया कितने पैसे आए हां मेरे तक बात नहीं पहुंची कितने 30 चांदी दे सिक्कियां जब ਉਹਨੂੰ ਮਿਲ ਗਏ ਯਿਸੂ ਮਸੀਹ ਨੂੰ ਫੜਵਾ ਦਿੱਤਾ इन्फॉर्मेशन दिंदा हुंदा सीगा दौड़ के जाके फरीसियां ग्रंथियां नु कि यीशु मसीह इत्थे आ कर रहे हो कर रहे इतना हो रहा उतना हो रहा दौड़ दौड़ के भज भज के ਉਹਦੇ ਪੈਰ ਜਿਹੜੇ ਉਹਨਾਂ ਵੱਲ ਜਾਂਦੇ ਹੁੰਦੇ ਸੀਗੇ 30 ਸਿੱਕਿਆਂ और बाइबल कहता ਜਦੋਂ ਉਹਨੂੰ ਪਤਾ ਲੱਗਾ ਵੈਰੀਆਂ ਨੇ ਯੀਸ਼ੂ ਮਸੀਹ ਨੂੰ ਫੜ ਲਿਆ ਜਦੋਂ ਉਹਨੂੰ ਪਤਾ ਲੱਗਾ ਕਹਿੰਦਾ ਮੈਂ ਨਿਰਦੋਸ਼ ਜਿੰਦ ਨੂੰ ਕੀ ਕੀਤਾ ਫੜਵਾ ਦਿੱਤਾ ਸਪਿਰਿਟ ਇਹਨਾਂ ਡਿਸਟਰਬ ਹੋ ਗਿਆ और सुसाइड कर लिया कि मैं सच बोल रहा सुसाइड कितना एक स्पिरिट है एक इविल स्पिरिट है दुष्ट आत्मा है जेड़ा बंदे को परेशान करके केड़ियां दुष्ट आत्मावां अंडे ट्रेन करके आके मारते हैं प्रेमी जोड़े हैं इथे नहीं मिले तो उत्थे मिलांगे किथे नरक से किथे मिल होंदा सड़दे हैं उत्थे बंदे कहते धरती ते तो सानू घरदियां ने मिलण नहीं दित्ता उत्थे मिलांगे
ਤੇ ਨਰਕ ਦੇ ਵਿੱਚ ਸੜਦੇ ਆ। ਉਹੀ ਬਸ ਸਪਿਰਿਟ ਆ ਜਿਹੜੇ ਯੰਗ ਆ ਜਾਂ ਜਿਹੜੇ ਸੁਸਾਈਡ ਕਰਦੇ ਆ। ਸੁਸਾਈਡ ਕਰਨਾ ਗੁਨਾਹ ਹੈ। ਬੰਦਾ ਸਵਰਗ 'ਚ ਨਹੀਂ ਜਾ ਸਕਦਾ, ਤੁਹਾਨੂੰ ਪਤਾ ਹੈ। ਜਿਹੜਾ ਬੰਦਾ ਆਪਣੀ ਜਾਨ ਜ਼ਿੰਦਗੀ ਨੂੰ ਖਤਮ ਕਰਦਾ ਹੈ, ਸਟਾਪ ਕਰਦਾ ਹੈ, ਸੁਸਾਈਡ ਕਰਦਾ ਹੈ, ਉਹ ਸਵਰਗ 'ਚ ਨਹੀਂ ਜਾ ਸਕਦਾ ਕਦੇ। ਔਰ ਇਹ ਉਹੀ ਲੋਕ ਲੋਕਾਂ ਨੂੰ ਪਰੇਸ਼ਾਨ ਕਰਦੇ ਜਿਹੜੇ ਮਰਦੇ ਆ ਸੁਸਾਈਡ ਕਰਦੇ। ਉਹ ਫਿਰ ਭਟਕਦੇ ਆ, ਫਿਰ ਪਾਸਟਰ ਭੇਜਦੇ ਫੜ ਹੈ, ਮਾਸਟਰ ਦਾ ਫੜ ਕੇ ਕੱਢਦੇ ਆ, ਫਿਰ ਨਰਕ ਦੇ ਵਿੱਚ ਭੇਜਦੇ। ਦੇਖੇ ਕਿ ਨਹੀਂ ਮੈਨੇ? ਹਾਂ, ਇਹ ਸ਼ੁਰੂ ਤੋਂ ਨਾਲ ਆ ਸਾਡੇ ਜਮਨ ਦੇਖੇ ਕਿ ਨਹੀਂ ਦੇਖੇ? ਦੁਸ਼ਟ ਆਤਮਾ ਕੱਢਦੇ ਤੇ ਨਰਕ ਚ ਭੇਜਦੇ। ਇਹ ਮੇਰੇ ਨਾਲ ਚਲਾ ਗਿਆ ਇੱਕ ਵਾਰੀ ਦਸੂਏ ਵਗੀ ਦੀ ਰਾਤ ਨੂੰ 3 ਵਜੇ, ਬਹੁਤ ਦੂਰ ਸੀਗਾ। ਉਦੋਂ ਅਸੀਂ ਵੀ ਸ਼ੁਰੂਆਤ ਦੇ ਵਿੱਚ ਸੀਗੇ, ਤਾਂ ਫੋਨ ਆਇਆ ਜੀ ਇੱਧਰ ਤਾਂ ਸਾਡੀ ਕੁੜੀ ਤੇ ਦੁਸ਼ਟ ਆਤਮਾ ਆ ਗਿਆ ਸੀ ਤੇ ਉਹ ਕਹਿੰਦੇ ਮੀਟ ਖਵਾਓ ਜੀ, ਨਾਲ ਨਹੀਂ ਖਵਾਓ, ਮੈਨੂੰ ਭੁੱਖ ਬਹੁਤ ਲੱਗੀ ਆ। ਅੱਖਾਂ ਪੱਟੀਆਂ ਕੀਤੀਆਂ। ਫੋਨ ਆਇਆ ਪਾਦਰੀ ਸਾਹਿਬ ਤੁਸੀਂ ਆਓ ਜੀ ਆਓ। ਮੈਂ ਫਿਰ ਬੱਚਿਆਂ ਨੂੰ ਨਾਲ ਲਿਆ ਸੀ, ਪਹੁੰਚ ਗਏ। ਸਫਰ ਇਹਨਾਂ ਨੂੰ ਮੁੱਕਣ ਦੇ ਆਵੇ। ਰਾਤ ਨੂੰ 11:30-12 ਵਜੇ ਉਹਨਾਂ ਦੇ ਘਰ ਪਹੁੰਚੇ ਤੇ ਕੁੜੀ ਰੇਟੀ ਕੋਈ ਕੱਢ ਤੇ ਆ ਪੂਰੇ ਹੋਸ਼ੋ ਵਾਸਤੇ ਵਿੱਚ ਦੁਸ਼ਟ ਆਤਮਾ ਆ ਗਈ। ਕਹਿੰਦੇ ਮੀਟ ਖਵਾਓ ਮੈਨੂੰ। ਜਦੋਂ ਉਹਦੇ ਟਕਾਏ ਉਹਦੇ ਦੁਆ ਮੰਗੀ ਉਹਦੇ ਨੇ ਔਰ ਜਲਦੀ ਠੀਕ ਵੀ ਹੋ ਗਈ। ਕੰਮ ਤੇ ਜਾਣ ਦੀ ਬੜੀ ਕਾਲੀ ਹੁੰਦੀ ਸੀ ਉਦੋਂ। ਮੈਨੂੰ ਕਹਿੰਦਾ ਪਾਦਰੀ ਸਾਹਿਬ ਸ਼ੁਕਰ ਹੈ ਜਲਦੀ ਛੁਟਕਾਰਾ ਹੋ ਗਿਆ। ਟਾਈਮ ਸਿਰ ਕਹਿੰਦਾ ਘਰ ਪਹੁੰਚਦਾ ਮੈਂ ਕਿਹਾ ਹੁਣ ਹੀ ਦੇਖੀ ਕੀ ਹੁੰਦਾ। ਤਾਂ ਕੁੜੀ ਨੂੰ ਕਿਹਾ ਚੱਲ, ਮੈਂ ਕਿਹਾ ਬਾਈਬਲ ਪੜ੍ਹ ਤੇ ਮਰਕੁਸ 5 ਪੜ੍ਹ ਰਹੇ। ਉਹਨੇ 2 ਸ਼ਬਦ ਪੜ੍ਹੇ ਤੇ ਨਾਲ ਹੀ ਫਿਰ ਸਮਝ ਗਿਆ, ਕਹਿੰਦਾ ਟਾਈਮ ਲੱਗਦਾ। 6 ਭੂਤ ਕੱਢੇ ਉਹਦੇ ਵਿੱਚ। ਇੱਕ ਤਾਂ ਪ੍ਰੋਫੈਸਰ ਸੀਗਾ, ਇੰਗਲਿਸ਼ ਬੋਲਦਾ ਹੁੰਦਾ, 6ਵਾਂ ਜਿਹੜਾ ਸੀ। ਔਰ 4-4:30 ਵਜੇ ਅਸੀਂ अर्ली मॉर्निंग फ्री हुई और फिर वही कुड़ी ने सानू चाह बना के भाई मैं बना के, क्योंकि अगले दिन संडे से शनिवार रात की गल है। 6-6:30 ਅਸੀਂ ਇੱਥੇ ਪਹੁੰਚੇ। ਹਾਲੇਲੂਇਆ। ਇਹ ਉਹੀ ਦੁਸ਼ਟ ਆਤਮਾਵਾਂ ਹੁੰਦੀਆਂ ਜਿਹੜੀਆਂ ਭਟਕਦੀਆਂ ਨੇ। ਔਰ ਉਹੀ ਪ੍ਰੋਫੈਸਰ ਉਹਨਾਂ ਸਰੀਰਕ ਸੰਬੰਧ ਬਣਾਉਂਦਾ ਹੁੰਦਾ ਸੀ ਉਸ ਕੁੜੀ ਦੇ ਨਾਲ। ਜਿਹੜੇ ਭਟਕਦੇ ਨਾ, ਮਰਦੇ, ਜਿਹੜੇ ਸੁਸਾਈਡ ਕਰਦੇ, ਹਸਬੈਂਡ ਵਾਈਫ ਵਾਲਾ ਸੰਬੰਧ ਸੀਗਾ ਉਸ ਦੁਸ਼ਟ ਆਤਮਾ ਦਾ ਉਸ ਕੁੜੀ ਦੇ ਨਾਲ। ਉਹਦੇ ਸੰਬੰਧਾਂ ਨੂੰ ਤੋੜਿਆ, ਕੈਂਸਰ ਕੀਤਾ, ਰੱਦ ਕੀਤਾ ਤੇ ਅੱਜ ਦਾਦਾ ਧੰਨਵਾਦ। ਇਹ ਜਿਹੜੇ ਜਵਾਨੀ ਜਿਹੜੇ ਇਹਦੇ ਗਾਲ ਦਿੰਦੇ ਆਪਣੇ, ਜਿਹੜੇ ਮਰਦੇ ਆ, ਜਿਹੜੇ ਜਵਾਨ ਏਦਾਂ ਫਿਰ ਪਰੇਸ਼ਾਨ ਕਰਦੇ ਲੋਕ। ਤੇ ਮਾਸਟਰ ਫੜ ਕੇ ਭੇਜਿਆ ਨਰਕ ਦੇ। ਹਾਲੇਲੂਇਆ। ਉਹ ਪੈਰ ਜਿਹੜੇ ਪਾਪ ਕਰਨ ਦੇ ਲਈ ਭੱਜ ਦੌੜ ਕਰਦੇ ਆ, ਜਿੱਦਾਂ ਹੀ ਹੁੰਦਾ ਇਸ ਕਰੋ ਨਹੀਂ ਸੀ। ਹਾਲੇਲੂਇਆ। ਕਿੰਨੇ ਪੁਆਇੰਟ ਪੜ ਲਏ ਆਪਾਂ? ਹਾਂ ਅਜੀ ਸਾਹਿਬ ਕਿੰਨੇ ਪੜ ਲਏ ਆਪਾਂ? कितने पढ़ ले? 5 पॉइंट आप पढ़ चुके हैं और 6वां ਅਸੀਂ ਪੜਨਾ ਹੈ। ਹੁਣ ਹਾਂਜੀ ਪੜ੍ਹੀਏ ਜੀ। ਝੂਠਾ ਗਵਾਹ ਜਿਹੜਾ ਝੂਠ ਮਾਰਦਾ। ਤੁਹਾਨੂੰ ਪਤਾ ਅੱਜ ਕੱਲ ਪੈਸਾ ਲੈ ਕੇ ਵੀ ਝੂਠੀ ਗਵਾਹੀ ਦੇ ਦਿੰਦੇ ਕਈ ਲੋਕ। ਪਤਾ ਕਈਆਂ ਦਾ ਬਿਜ਼ਨਸ ਆ ਇਹ। ਮੈਨੂੰ ਵੀ ਕੁਝ ਕੁ ਮਹੀਨਿਆਂ ਤੋਂ ਪਹਿਲਾਂ ਹੀ ਪਤਾ ਲੱਗਾ। ਜਦੋਂ ਕਿਸੇ ਦਾ ਲੜਾਈ ਝਗੜਾ ਹੋ ਗਿਆ ਤੇ ਕੋਈ ਪੈਸਾ ਲੈ ਕੇ ਤਾਂ ਝੂਠੀ ਗਵਾਹੀ ਦੇਣ ਨੂੰ ਤਿਆਰ ਹੋ ਜਾਂਦਾ ਕਿ ਹਾਂਜੀ ਹਾਂਜੀ ਇਹ ਇਦਾਂ ਹੀ ਹੋਇਆ ਸੀਗਾ। ਇਹਦੀ ਹੀ ਗਲਤੀ ਸੀਗੀ ਸੱਚੇ ਬੰਦੇ ਦੀ। ਪੜ੍ਹੀਏ ਜ਼ਰਾ ਯਹੂਨਾ ਦਾ ਅੰਜੀਲ ਉਹਦਾ 8 ਨੰਬਰ ਅਧਿਆਇ ਉਹਦਾ 44 ਨੰਬਰ ਪਾ। ਯਹੂਨਾ ਦਾ ਅੰਜੀਲ ਉਹਦਾ 8 ਨੰਬਰ ਅਧਿਆਇ ਉਹਦਾ 44 ਨੰਬਰ ਪੰਕਤੀ ਪੜ੍ਹੀਏ ਜ਼ਰਾ। ਝੂਠਾ ਗਵਾਹ ਜਿਹੜਾ ਆਪਣੇ ਆਪ ਦੇ ਉੱਪਰ ਵੀ ਗਵਾਹੀ ਕਰਦਾ ਆ, ਸਹੀ ਨਹੀਂ ਹੈ ਪਰ ਸਾਬਿਤ ਕਰਦਾ ਕਿ ਮੈਂ ਸਹੀ ਹਾਂ।
गलत होने के बावजूद भी साबित करता कि मैं सही हाँ, ये झूठी गवाही। जिस तरह की तुहाडे माता पिता तुहानू पूछण कि तुसीं प्रार्थना की ना और तुसीं कीती ना होवे, तुसीं कहो कि मैं कीती है, ये झूठ है। ये तुसीं अपने आप दे ऊपर झूठी गवाही दिंदे पे। किन्ने समझ पाई मेरी गल? मेरा एक लड़का सीगा, शुरुआत की गल दसदा तुहानू, फिर पढ़ाउंदा है। मैं एक शीट देती हुई सी टीम वाले, सुनो इधर देखो सारे। शुरुआत दे विच जदों मैं टीम ਨੂੰ तैयार ਕੀਤਾ एक शीट देती हुई सी, पता सारा ਜਿਹੜੇ ਪੁਰਾਣੇ ਆ ਉਹਨਾਂ ਨੂੰ ਪਤਾ ਨਾ ਵੀ ਤੋਂ ਉੱਡ ਗਏ ਆ, ਜਦੋਂ ਪਰ ਦੇਖੇ ਹੁੰਦੇ ਤੇ ਉੱਡ ਜਾਂਦੇ, ਪਤਾ ਨਾ ਲੱਗਦਾ ਕਿੱਥੇ ਗਏ। ਕਈਆਂ ਨੂੰ ਆਸ਼ਕੀ ਦੇ ਪਰ ਲੱਗ ਗਏ, ਕਈਆਂ ਨੂੰ ਹੋਰ ਲੱਗ ਗਏ ਤੇ ਉਹ ਉੱਡ ਗਏ। मैं शीट देती हुई सी, इन्ने टाइम प्रेयर करनी है, फिर इन्ने टाइम प्रेयर करनी है, फिर इन्ने टाइम प्रेयर करनी है, और इन्नी बाइबल पढ़नी है, और फिर टिक मारना। और हफ्ते बाद मैं कलेक्ट करता हूं ना सेकंड की शीट्स हो। और एक बच्चे नु आस्की का बुक चढ़िया हुआ सिरे ते मैं झूठी गवाही की मैं गल करता हूं, वचन दे विच ही याद रखो, रेफरेंस देना बड़ा जरूरी है। क्योंकि मैं उदाहरण वही दिना ना जिहड़ी मैं देखी हो तो जिहड़ी मैं सुनी मतलब कि सॉलिड वाली, ये नहीं कि कोई भी आके मेरे कहते तो मैं दस उस बच्चे की मैं शीट देखनी, मैं कहा अच्छा जी तुसीं पूरा तदवा की कहता हां जी, मतलब बाइबल भी पढ़ी कहते हां जी। खुदा तो कोई लुका सकता, हां बोलो, खुदा तो कोई गल लुका सकता? पर मैं कदम तौबा कराई, फिर उन्हें मैनू कच्चे पिट्ठे खोल के दसे सारे पादरी साहब मैं कितना करना कहता मैं उधर ही सिर्फ लिख देना, उधर टिक कर देना हुंदा सीगा, मैं दुआ करना नहीं सी। और फिर ओदा इन्ना मंदा हाल होया, इन्ना ओदा मंदा हाल, मतलब अपने आप के ऊपर झूठी गवाही भरदा हुंदा सीगा कि मैं दुआ कीती है, कि मैं बाइबल पढ़ी है। मैं की कर लेना, बोलो मैं कमाई खानी, बोलो मैं की कर लेना, सानू स्वर्ग तक ही लेके जाना, तो जे नहीं जाना चाहते तो मेरा की। पाप करन दे विच लग गया और मैनू झूठ ही शीट फिल करके दिंदा रहा कि हां मैं प्रेयर करता रहा, हां मैं बाइबल पढ़ता रहा, तो जदों मैं ओदी तौबा कराई तो फिर उन्हें कच्चे जिथे खोले सारे कहता मैं उधर ही एक मार करके तुहानू दिंदा रहा, झूठी गवाही अपने आप दे ऊपर भरदा रहा। पढ़ो जरा जो होना 8 और 44 नंबर है। हां जी आए ਤੁਸੀਂ ਆਪਣੇ ਪਿਓ ਚ ਦਾਸ ਹੋ, ਜਿਹੜਾ ਝੂਠ ਬੋਲਦਾ ਆ, ਝੂਠੀ ਗਵਾਹੀ ਦਿੰਦਾ ਆ ਔਰ ਝੂਠ ਦਾ ਸਹਾਰਾ ਲੈਂਦਾ ਆ, ਤੇ ਬਾਈਬਲ ਕਹਿੰਦਾ ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੈਗੇ ਆ, ਅਤੇ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਤੁਸੀਂ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਆ, ਕਿਉਂਕਿ ਉਹ ਘਮੰਡੀ ਹੋਇਆ ਸੀ, ਤੁਸੀਂ ਵੀ ਘਮੰਡੀ ਬਣਨਾ ਚਾਹੁੰਦੇ ਆ। ਉਹਨੇ ਝੂਠ ਦਾ ਸਹਾਰਾ ਲਿਆ ਔਰ ਤੁਸੀਂ ਵੀ ਝੂਠ ਦਾ ਸਹਾਰਾ ਲੈਣਾ ਚਾਹੁੰਦੇ ਆ। ਉਹ ਪਾਪ ਕਰਦਾ ਤੁਸੀਂ ਵੀ ਕਰਨਾ ਚਾਹੁੰਦੇ ਆ। कहता तुसी अपने प्यो दी कामनावां दे अनुसार करना चाहते हैं। हां जी ਉਹਦਾ ਮਨੁੱਖ ਘਾਤਕ ਸੀ, ਉਹ ਕਹਿੰਦਾ ਮੁੱਢ ਤੋਂ ਹੀ ਸ਼ੁਰੂਆਤ ਤੋਂ ਹੀ ਮਨੁੱਖ ਦਾ ਘਾਤਕ ਸੀਗਾ, ਅਤੇ ਸੱਚਾਈ ਉਸਨੇ ਟਿਕਿਆ ਨਾ ਰਿਹਾ, ਸੱਚਾਈ ਦੇ ਉੱਪਰ ਟਿਕਿਆ ਨਾ ਰਿਹਾ, ਸਵਰਗ ਤੋਂ ਹੇਠਾਂ ਸੁੱਟਿਆ ਗਿਆ, ਸੱਚਾਈ ਤੇ ਟਿਕਿਆ ਨਾ ਰਿਹਾ, ਕਿਉਂਕਿ ਉਸ ਵਿੱਚ ਸੱਚਾਈ ਹੈ ਨਹੀਂ। ਕਿਉਂਕਿ ਉਹਦੇ ਵਿੱਚ ਸੱਚਾਈ ਹੈ ਨਹੀਂ ਆ। ਜਦ ਉਹ ਝੂਠ ਬੋਲਦਾ ਹੈ ਹਾਂ ਤਾਂ ਉਹ ਆਪਣੀਆਂ ਹੀ ਹੱਕ ਦਾ ਹੈ, ਜੋ ਝੂਠ ਬੋਲਦਾ ਤਾਂ ਆਪਣੀਆਂ ਹੀ ਹੱਕ ਦਾ ਆ। ਕਿਉਂਕਿ ਉਹ ਝੂਠਾ ਹੈ ਹਾਂ ਅਤੇ ਝੂਠ ਦਾ ਪਤੰਦਰ ਹੈ। ਉਹ ਝੂਠਾ ਆ ਤੇ ਝੂਠ ਦਾ, ਤੇ ਜਦੋਂ ਕਹਿੰਦੇ ਝੂਠ ਬੋਲਣਾ ਸ਼ੁਰੂ ਕਰਨਾ ਤੇ ਆਪਣੀਆਂ ਹੀ ਗੱਲਾਂ ਕਰਨਾ, ਆਪਣੀਆਂ ਹੀ ਹੱਕ ਦਾ ਆ। ਝੂਠ ਵੀ ਐਡਾ ਸਾਬਿਤ ਕਰ ਦੇਣਾ ਕਿ ਸੁਣਨ ਵਾਲੇ ਨੂੰ ਸੱਚਾ ਲੱਗੇ। ਉਹਨੇ ਸ਼ੀਟ ਮੈਨੂੰ ਫੜਾਉਣੀ ਤਾਂ ਮੈਨੂੰ ਲੱਗਣਾ ਕਿ ਵਾਕਈ ਦੁਆ ਕਰਦਾ, ਵਾਕਈ ਬਾਈਬਲ ਪੜ੍ਹਦਾ। कहता तुसी अपने प्यो शैतान जेड़ा उच्चियां आंखां रखदा, बुरे विचार रखदा, बुरी कामनावां रखदा है, पैर जेड़े पाप वालों भज दौड़ करदे आ, ये परमेश्वर नूं घिनौने लगदे आ। हां जी नेक्स्ट झगड़ा पैदा करने वाले
कौन कौन लड़ाई करता घर दे विच जरा सुनो। हाँ जी ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ भरावां दे विच कौन कौन करता भरावां दे लड़ाई है भरावां दे झगड़ा कौन पाउंदा ये भी परमेश्वर को पसंद है नहीं है। घर च कलेश होना एक उदाहरण एक हस्बैंड वाइफ को बड़ा लड़ाई करते बड़ी लड़ाई करते नित घड़ी लड़ाई नित घड़ी कलेश। फिर सासू मां के चल गई की कहते बाबे ना तरीके ਉਹਨੇ ਕੀ ਕੀਤਾ ਇਹਦੇ ਪੇਜ ਲਿਆ ਉਹਨੂੰ ਫਾੜਿਆ ਉਹਨੂੰ ਫੋਲਡ ਕਰਕੇ ਇੱਕ ਕੁੜੀ ਬਣਾ ਦਿੱਤੀ। ਉਹ ਕਹਿੰਦਾ ਬੀਬੀ ਜਦੋਂ ਤੇਰਾ ਘਰ ਵਾਲਾ ਤੇ ਨਾਲ ਲੜੇ ਤੈਨੂੰ ਨਾਲ ਉਹਦੇ ਰੱਖ ਲੈਣਾ ਡਿੱਗਣ ਨਹੀਂ ਦੇਣਾ ਬਸ ਅੰਦਾ ਲੜਾਈ ਹੋਣੀ। ਜਿੱਦਾਂ ਹੀ ਉਹਦੇ ਘਰ ਵਾਲੇ ਨੇ ਲੜਾਈ ਸ਼ੁਰੂ ਕਰਦੀ ਉਹਨੇ ਨਾਲ ਉਹਦੇ ਰੱਖ ਲੈਣਾ ਤੇ ਬਾਬਾ ਕਹਿੰਦਾ ਇਹ ਡਿੱਗਣ ਨਹੀਂ ਦੇਣਾ ਉਹਦੀ ਉਹ ਬੋਲੂਗੀ ਤਾਂ तभी वो जो पे आता लड़ाई से कितने समझ में आए मेरी बात समझ आई वर्जी जैसेगा कुछ भी नहीं एक टोल का ही है बस तो बना लियो झगड़े खत्म हो जाने हैं हालेलुया। कभी वो बोल ले तो लड़ाई बने ना जो पर्ची डिगे तो वो बोले पर्ची टिकट नहीं देनी तो जितनी से चौपे बीबी चौपे ते बंदा आप ही बोल के चौपे कहीं का तो बोलता ऐसा मैं सुनिया या ब्याह कर गया। हालेलुया कितने समझ पाए कितने पॉइंट हो गया हाँ 7 पॉइंट हो गया। बाइबल ਦੇ ਵਿੱਚ ਸਿੱਖਣਾ ਕਿ ਪਰਮੇਸ਼ਰ ਨੂੰ 6 ਗੱਲਾਂ ਪਸੰਦ ਨਹੀਂ ਆ ਔਰ ਉਹਦੇ ਦਿਲ ਨੂੰ 7 ਗੱਲਾਂ ਚੰਗੀਆਂ ਹੀ ਨਹੀਂ ਲੱਗਦੀਆਂ। ਉੱਚੀਆਂ ਅੱਖਾਂ ਝੂਠੀ ਜੀਭ ਪੀਤੋਸ਼ੇ ਦਾ ਖੂਨ ਕਰਨ ਵਾਲੇ ਹੱਥ और अनर्थ कल्पना यानी कि कोटियां सोचा और किसी और भी ना जेड़े पैर बुराई आप दौड़ते तेरे ठीक है और 5 हो गए झूठी गवाही जेड़ा अपने आप से ऊपर भरता है या किसी तो से भरता है झूठ का पतंगर या शैतान का प्यो हुआ शैतान के नरक में जाओगे तो उसे पुत्र नहीं आमी नरक जी होंगे। हाँ 6 हो गए 7वां हाँ मेरा बैर होता झगड़ा पाऊंगा बचाव करना है अपना और परमेश्वर को खुश करने की कोशिश करनी है अपनी जिंदगी। दुआई अपनी अखां बंद करिए आज के वचन के ऊपर मनन करिए। Thank you, Jesus. Hallelujah. अपनी अखां बंद करिए और प्रार्थना करिए आज के वचन के ऊपर मनन करिए। अगर कोई भी पॉइंट ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਆ ਇਹਨਾਂ ਸੱਤਾਂ ਦੇ ਵਿੱਚੋਂ ਅੱਜ ਪਰਮੇਸ਼ਵਰ ਦੇ ਅੱਗੇ ਰੱਖੀਏ और मन ਮੰਗੀਏ कि परमेश्वर ਮੈਨੂੰ ਵਾਅਦੇ ਖੁਦਾਵੰਦ कि मैं इस प्रॉब्लम ਤੋਂ आजाद हो सਕਾਂ शैतान के इस अंग ਤੋਂ आजाद हो सਕਾਂ खुदावंद और ਤੁਹਾਡਾ दिल मेरे को प्रसन्न होवे मेरे को। आवाज को खोलिए जरा अपने प्रार्थना करिए मेरा परमेश्वर बिना उलांबे दिन वाला खुदा है। थैंक यू फादर धन्यवाद मेरे खुदा बता मेरे परमेश्वर पिता ਅੱਜ ਦੇ ਵਚਨ ਦਾ ਬੀਜ ਸਾਡੇ ਦਿਨਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਟਿਕੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਰੱਬ। मैं धन्यवाद करता है बड़े लोगों के लिए मेरे प्रभु जिन्होंने बड़े आदर के नाल बड़ियां गल्लां नु सुनिया मेरे प्रभु और ग्रहण किया है मेरे परमेश्वर पिता तुसी बड़े बड़े काम करने वाले खुदावंद हो मेरे प्रभु। मैं यीशु नासरी दे जिंदा नाम से शुकराना करता है मेरे प्रभु। आई हुई संगत के लिए धन्यवाद मेरे प्रभु कीता वचना के लिए धन्यवाद खुदावंद
वर्शिप टीम के लिए, मैजिशियंस के लिए धन्यवाद करता मेरे प्रभु। यीशु मसीह नासरी दे लहू च कबर करना तोड़े बच्चों मेरे प्रभु। वधदे जान खुदावन, तोड़े नजदीक जाते जान। और मेरी प्रार्थना आई हुई संगत के लिए मेरे प्रभु, जो अपने बहुत कीमती समय जो समा काट के तोड़े को बचाए ने मेरे प्रभु, आशीष और बरकत को प्राप्त करने मेरे प्रभु। दिल शिद जान मेरे खुदावन, आज वचन जिंदगी की 100 फलदायक हो गई। बेनती आ ਤੁਸੀਂ ਆਪਣੇ ਲੋਕਾਂ ਨੂੰ ਚੰਗੀਆਂ ਕੀਤਾ, ਬਰਕਤਾਂ ਦਿੱਤੀਆਂ, ਆਸ਼ੀਸ਼ਾਂ ਦਿੱਤੀਆਂ, ਤੁਹਾਡੇ ਲੋਕ ਤੁਹਾਡੇ ਸਾਹਮਣੇ ਆਏ ਆ ਮੇਰੇ ਪ੍ਰਭੂ। ਆਸ਼ੀਸ਼ और बरकत ਨੂੰ ਪ੍ਰਾਪਤ ਕਰੋ और ਧੰਨਵਾਦ ਕਰਦੇ ਹਾਂ ਮੇਰੇ जिस तरह आने ਦੇ ਵਿੱਚ ਰਸਤੇ ਨੂੰ ਮੁਬਾਰਕ ਕੀਤਾ ਆ। ਮੈਂ ਚਾਹੁੰਦਾ ਮੇਰੀ ਬੇਨਤੀ ਵਾਪਸ ਜਾਣ ਚ ਵੀ ਬੜੀ ਮਦਦ और ਸਹਾਇਤਾ ਕਰੇ। ਜੋ ਤੁਹਾਡੇ ਲੋਕ ਆਪਣੀ ਨੇਕ ਕਮਾਈ ਦੇ ਵਿੱਚੋਂ ਦਾਨ ਦਸਮਤ ਲੈ ਕੇ ਆਏ ਉਹਦੇ ਉੱਪਰ ਨਜ਼ਰ ਚਾਹੁੰਦਾ ਮੈਂ ਮੇਰੇ ਪ੍ਰਭੂ ਜੀ। जिन्हां हालातां दे विचों भी दान पाया गया मेरे प्रभु, तुसीं उन्हां हालातां दे वल ध्यान दिओ मेरे प्रभु जी। और मेरा विश्वास है कि तुसीं हालातां नूं बदलण दी ताकत रखदे हो मेरे प्रभु, मनां नूं तब्दील करने दी ताकत रखदे हो मेरे प्रभु जी। बदल तो तुहाडा धन्नवाद करदा हां, शुक्र अदा करदा हां सारियां गल्लां बातां प्रार्थना तुसीं सुण लिया, बड़ी बरकत दित्ती। धन्नवाद दे नाल प्रार्थना नूं प्रभु यीशु मसीह नासरी दे जिंदा नाम च होके सारे ही मिलके मंगते हैं आमीन हालेलुया। साडे पिता दा प्यार, प्रभु यीशु मसीह दी किरपा और पवित्र आत्मा दी संगत साडे सारियां दे नाल, प्रभु दे तमाम मसीह मुकद्दस लोकां दे नाल हुण तो लेके प्रभु दी दूसरी आमद तक होंदी रहे आमीन हालेलुया। प्रभु यीशु मसीह नासरी दे जिंदा नाम च तुहानू सबना नू शांति खुदा तुहानू सारियां नू बहुत बरकत देवे।